ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਅੱਜ ਸਾਡੇ ਪੋਡਕਾਸਟ ਦੇ ਮਾਣਮੱਤੇ ਮਹਿਮਾਨ ਨੇ ਗੁਰਦੀਪ ਕੌਰ ਚਾਵਲਾ ਜੀ। ਇੱਕ ਅਜਿਹੀ ਆਵਾਜ਼ ਜੋ ਦੁਨੀਆ ਦੀਆਂ ਵੱਡੀਆਂ ਸਟੇਜਾਂ ਤੇ ਗੂੰਜਦੀ ਤੁਹਾਨੂੰ ਸੁਣਾਈ ਦਿੰਦੀ ਹੈ। ਹਾਲਾਂਕਿ ਚਿਹਰਾ ਹਮੇਸ਼ਾ ਤੁਹਾਡੇ ਸਾਹਮਣੇ ਨਹੀਂ ਆਉਂਦਾ, ਪਰ ਉਹ ਗੁਰਦੀਪ ਕੌਰ ਚਾਵਲਾ ਦੀ ਆਵਾਜ਼ ਹੁੰਦੀ ਹੈ ਦੁਨੀਆ ਦੇ ਟੌਪ ਲੀਡਰਸ ਦੇ ਨਾਲ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਹੋਣ, ਜੋ ਬਾਈਡਨ, ਜਾਂ ਫਿਰ ਹੁਣ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਜਾਂ ਫਿਰ ਜਸਟਿਨ ਟਰੂਡੋ ਹੋਣ ਤੇ ਹੁਣ ਮੌਜੂਦਾ ਮਾਰਕ ਕਾਰਨੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਹਨਾਂ ਸਾਰੀਆਂ ਸ਼ਖਸੀਅਤਾਂ ਦੇ ਨਾਲ ਗੁਰਦੀਪ ਕੌਰ ਚਾਵਲਾ ਦੀ ਜਿਹੜੀ ਮੌਜੂਦਗੀ ਹੈ ਇੱਕ ਇੰਟਰਪ੍ਰੇਟਰ ਦੇ ਵਜੋਂ ਰਹਿੰਦੀ ਹੈ। ਤੇ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਖੂਬਸੂਰਤ ਗੱਲਾਂ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਜੀ। ਗੁਰਦੀਪ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਬਣਨਾ ਚਾਹੁੰਦੇ ਸੀ ਉਹੀ ਬਣੇ ਹੋ, ਜਾਂ ਫਿਰ ਅਕਾਲ ਪੁਰਖ ਨੇ ਤੁਹਾਨੂੰ ਕੁਝ ਹੋਰ ਬਣਾਇਆ ਹੈ ਸਰਪ੍ਰਾਈਜ਼ਿੰਗ? ਥੋੜਾ ਸਰਪ੍ਰਾਈਜ਼ ਤੇ ਹੈਗਾ, ਕਿਉਂਕਿ ਜਦੋਂ ਮੈਂ ਕਾਲਜ ਪੜ੍ਹਾਈ ਕਰ ਰਹੀ ਸੀ ਮੈਂ ਚਾਹੁੰਦੀ ਸੀ ਕਿ ਮੈਂ ਸਿਵਲ ਸਰਵਿਸਿਜ਼ ਵਿੱਚ ਐਗਜ਼ਾਮ ਦੇ ਕੇ ਆਈਐਫਐਸ ਬਣਾ ਜਾਂ ਆਈਏਐਸ ਬਣਾ। ਜੀ ਮੇਰੇ ਫਾਦਰ ਦਾ ਵੀ ਬਹੁਤ ਜ਼ਿਆਦਾ ਇੱਕ ਸੁਪਨਾ ਸੀਗਾ, ਉਹਨਾਂ ਦਾ ਸੁਪਨਾ ਸੀ ਕਿ ਮੇਰੇ ਬੱਚੇ ਸਿਵਲ ਸਰਵਿਸਿਜ਼ 'ਚ ਆਵੇ। ਅਤੇ ਜਾਂ ਮੈਨੂੰ ਸੀ ਕਿ ਐਜ਼ ਅ ਬੈਕਅਪ ਕਾਲਜ ਲੈਕਚਰਰ, ਮੈਂ ਸੈਂਟ ਸਟੀਵਨਸ ਕਾਲਜ ਵਿੱਚ ਪੜ੍ਹਦੀ ਸੀ ਅਤੇ ਮੇਰਾ ਬੜਾ ਮਨ ਸੀ ਵਾਪਸ ਕਿਸੇ ਕਾਲਜ ਵਿੱਚ ਆ ਕੇ ਐਜ਼ ਅ ਲੈਕਚਰਰ ਮੈਂ ਜੁਆਇਨ ਕਰਾਂ ਔਰ ਧੀਰੇ ਧੀਰੇ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣਾ। ਜੀ ਮਗਰ ਲਾਈਫ ਦੇ ਵਿੱਚ ਇਹ ਕਹਿੰਦੇ ਨੇ, ਜੋ ਅਕਾਲ ਪੁਰਖ ਨੇ ਸੋਚਿਆ ਹੁੰਦਾ ਹੈ ਉਹ ਆਪਣਾ ਰਸਤਾ ਤੁਹਾਨੂੰ ਆਪੇ ਦਿਖਾ ਦਿੰਦੇ ਆ। ਬਿਲਕੁਲ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਬਿਲਕੁਲ। ਸੋ ਇਹ ਇੱਧਰ ਤੁਸੀਂ ਕਿਵੇਂ ਆਏ, ਮਤਲਬ ਇਸ ਜਰਨੀ ਬਾਰੇ ਸਾਨੂੰ ਥੋੜਾ ਜਿਹਾ ਦੱਸੋਗੇ? ਸੋ ਇਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਪੜ੍ਹਾਈ ਕਰ ਰਹੀ ਸੀ ਕਾਲਜ ਦੀ, ਔਰ ਮੈਂ ਆਪਣੀ ਮਾਸਟਰਸ ਐਮਏ ਡਿਗਰੀ ਵਾਸਤੇ ਤਿਆਰੀ ਕਰ ਰਹੀ ਸੀ ਉਸ ਟਾਈਮ ਤੇ ਕੋਈ ਉਸ ਟਾਈਮ ਉਹਨਾਂ ਦਿਨਾਂ 'ਚ ਇੱਕ ਅਖਬਾਰ ਆਇਆ ਕਰਦਾ ਸੀ, ਇੰਪਲੋਇਮੈਂਟ ਨਿਊਜ਼। ਤਾਂ ਮੇਰੀ ਠੀਕ ਹੈ ਸਿਸਟਰ ਮੇਰੇ ਤੋਂ ਥੋੜੇ ਵੱਡੇ ਨੇ, ਉਸ ਟਾਈਮ ਜੌਬਸ ਦੇ ਸਰਚ ਕਰ ਰਹੇ ਸੀ ਤੇ ਉਹਨਾਂ ਨੂੰ ਪੇਪਰ ਰੱਖਿਆ ਹੋਇਆ ਸੀ ਇਸ ਤਰ੍ਹਾਂ। ਜੀ। ਤੇ ਬਾਈ ਚਾਂਸ ਉਹ ਜਿਹੜਾ ਪੇਪਰ ਖੁੱਲਿਆ ਹੋਇਆ ਸੀ, ਉਹਦਾ ਜਿਹੜਾ ਕਾਗਜ਼ ਜਿਹੜਾ ਪੇਜ ਨੰਬਰ 'ਚ ਖੁੱਲਿਆ ਸੀ, ਉਹ ਬਾਈ ਚਾਂਸ ਸੀਗਾ ਕਿ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਟਰਾਂਸਲੇਟਰਸ ਦੀ ਜ਼ਰੂਰਤ ਹੈਗੀ ਹੈ। ਅੱਛਾ ਜੀ। ਤੇ ਮੈਂ ਇਸ ਲਈ ਜਸ ਆਊਟ ਆਫ ਕਿਊਰੀਓਸਿਟੀ ਪੜ੍ਹਿਆ ਤੇ ਲਿਖਿਆ BA ਆਨਰਸ ਇਨ ਇੰਗਲਿਸ਼ ਔਰ BA ਆਨਰਸ ਇਨ ਹਿੰਦੀ ਐਂਡ ਫਲੂਐਂਸੀ ਇਨ ਲੈਂਗੁਏਜਸ ਦਿਸ ਦੈਟ। ਤੇ ਮੈਂ ਕਿਹਾ ਇਹ ਤੇ ਬੜੀ ਅਜੀਬ ਗੱਲ ਹੈ, ਇਹੋ ਚੀਜ਼ਾਂ ਤਾਂ ਮੈਨੂੰ ਆਉਂਦੀਆਂ ਨੇ। ਸੋ ਇਸ ਲਈ ਆਊਟ ਆਫ ਜਸਟ ਕਹਿੰਦੇ ਨਾ ਕਿ ਜਸਟ ਆਊਟ ਆਫ ਕਿਊਰੀਓਸਿਟੀ ਕਹਿ ਲਓ ਜਾਂ ਜਸਟ ਆਊਟ ਆਫ ਪਲੇਫੁਲਨੈਸ ਕਹਿ ਲਓ, ਮੈਂ ਕਿਹਾ ਚਲੋ ਟਰਾਈ ਕਰਦੇ ਹਾਂ। ਜੀ ਤੇ ਮੈਂ ਇਸ ਤਰ੍ਹਾਂ ਹੀ ਭੇਜ ਦਿੱਤੀ ਆਪਣਾ ਐਪਲੀਕੇਸ਼ਨ ਐਂਡ ਉਹਨਾਂ ਨੇ ਬੁਲਾ ਲਿਆ, ਟੈਸਟ ਕੀਤਾ ਤੇ ਮੈਂ ਟੈਸਟ ਵੀ ਦੇ ਦਿੱਤਾ, ਟੈਸਟ ਹੋ ਗਿਆ ਪਾਸ। ਜੀ। ਸੋ ਹੁਣ ਮੈਨੂੰ ਸੀ ਹਾਲੇ ਤੇ ਮੈਂ ਕਾਲਜ ਪੜ੍ਹਾਈ ਕਰ ਰਹੀ ਹਾਂ, ਮਾਸਟਰਸ ਡਿਗਰੀ ਕਰ ਰਹੀ ਸੀ ਹਾਲੇ। ਹਾਂਜੀ। ਤੇ ਮੈਂ ਕਿਹਾ ਹੁਣ ਮੈਡੀਕਲ ਜਦ ਆਇਆ ਕਿ ਐਗਜ਼ਾਮ ਕਰ ਲਓ, ਮੈਂ ਸੋਚਿਆ ਮੈਂ ਨਹੀਂ ਕਰਨਾ, ਪਰ ਮੇਰੇ ਫਾਦਰ ਨੇ ਕਿਹਾ ਚਲੋ ਕਰ ਲਓ, ਦੇਖ ਲਓ ਕਿਸ ਤਰ੍ਹਾਂ ਹੁੰਦਾ। ਕੀਤਾ ਤੇ ਉਹ ਵੀ ਪਾਸ ਹੋ ਗਿਆ ਔਰ ਫਿਰ ਧੀਰੇ ਧੀਰੇ ਉਹਨਾਂ ਨੇ ਬੁਲਾ ਵੀ ਲਿਆ। ਜੀ ਤੇ ਮੈਂ ਕਿਹਾ ਚਲੋ ਠੀਕ ਹੈ, 1-2 ਮਹੀਨੇ ਕਰਕੇ ਜਦ ਕਾਲਜ ਦੀ ਪੜ੍ਹਾਈ ਮੇਰੀ ਹੋ ਜਾਏਗੀ ਉਹਦੇ ਬਾਅਦ ਤੇ ਮੈਂ ਛੱਡ ਹੀ ਦੇਣਾ ਹੈਗਾ। ਹਾਂਜੀ। ਪਰ ਜਦ ਮੈਂ ਗਈ ਛੱਡਣ ਵਾਸਤੇ, ਜਿਸ ਦਿਨ ਰਿਜ਼ਾਈਨ ਕਰਨ ਵਾਸਤੇ ਮੈਂ ਗਈ, ਮੇਰੇ ਐਗਜ਼ਾਮ ਸੈੱਟ ਹੋ ਗਏ, ਉਹਦੇ ਬਾਅਦ ਮੈਂ ਗਈ ਤੇ ਉਹਨਾਂ ਨੇ, ਮੈਂ ਦੇਖਿਆ ਕੋਈ ਉੱਥੇ ਸੱਜਣ ਬੈਠੇ ਹੋਏ ਸੀ ਔਰ ਉਹਨਾਂ ਨੇ ਹੈੱਡਫੋਨ ਲਗਾਏ ਹੋਏ ਸੀ ਆਪਣੇ ਨਾਲ, ਔਰ ਉਹ ਸੁਣਦੇ ਸੁਣਦੇ ਨਾਲ ਨਾਲ ਬੋਲ ਰਹੇ ਸੀ। ਅੱਛਾ। ਤੇ ਮੈਨੂੰ ਥੋੜਾ ਅਜੀਬ ਲੱਗਿਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਬੰਦਾ ਕੋਈ ਬੋਲ ਵੀ ਰਿਹਾ ਹੈ ਤੇ ਨਾਲ ਸੁਣ ਵੀ ਰਿਹਾ ਹੈਗਾ। ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਤੇ ਸਾਨੂੰ ਸਿਰਫ ਆਪਣੇ ਬਾਰੇ ਗੱਲ ਕਰਨ ਦਾ ਹੁੰਦਾ, ਪਿੱਛੇ ਕੋਈ ਕੀ ਕਹਿ ਰਿਹਾ ਸਾਨੂੰ ਸੁਣਾਈ ਨਹੀਂ ਦਿੰਦਾ। ਇੱਕ ਫੈਕਲਟੀ ਜਿਵੇਂ ਬੰਦ ਹੋ ਜਾਂਦੀ ਹੈ ਤਾਂ ਇੱਕ ਚੱਲ ਰਹੀ ਹੈ, ਰਾਈਟ। ਜੀ 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 ਤੇ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਮੈਂ ਲਾਈਵ ਇੰਟਰਪ੍ਰੀਟੇਸ਼ਨ ਕਰ ਰਿਹਾ ਹਾਂ, ਕੋਸ਼ਿਸ਼ ਕਰ ਰਿਹਾ ਕਿਉਂਕਿ ਹੁਣ ਐਗਜ਼ਾਮ ਹੋਣ ਵਾਲਾ ਹੈਗਾ ਇੱਥੇ ਜੀ। ਪਾਰਲੀਮੈਂਟਰੀ ਇੰਟਰਪ੍ਰੀਟਰ ਵਾਸਤੇ। ਸੋ ਮੈਂ ਕਿਹਾ ਇਸ ਤਰ੍ਹਾਂ ਕਿਵੇਂ ਹੋ ਸਕਦਾ, ਤੇ ਮੈਂ ਕਿਹਾ ਤੁਸੀਂ ਦੇਖਣਾ ਚਾਹੋਗੇ ਤਾਂ ਮੈਂ ਤੁਹਾਨੂੰ ਦਿਖਾ ਸਕਦਾ। ਫਿਰ ਉਹ ਮੈਨੂੰ ਲੈ ਕੇ ਪਾਰਲੀਮੈਂਟ ਦੀ ਵਿਜ਼ਿਟਰ ਗੈਲਰੀ ਵਿੱਚ। ਜੀ ਉੱਥੇ ਜਾ ਕੇ ਮੈਂ ਦੇਖਿਆ ਤੇ ਮੈਨੂੰ ਲੱਗਿਆ ਜਿਸ ਲਾਈਕ ਮੈਜਿਕ ਹੈਗਾ ਹੈ ਤੇ ਕੋਈ ਜਾਦੂ ਹੀ ਗੱਲ ਹੈ ਕਿ ਇੱਕ ਬੰਦਾ ਲਾਈਵ ਫਲੋਰ ਆਫ ਦਾ ਪਾਰਲੀਮੈਂਟ ਦੇ ਉੱਤੇ ਮੈਂਬਰਸ ਨੂੰ ਜਾਂ ਮਿਨਿਸਟਰਸ ਨੂੰ ਸੁਣ ਰਿਹਾ ਹੈਗਾ ਹੈੱਡਫੋਨ ਲਾ ਕੇ, ਔਰ ਨਾਲ ਨਾਲ ਆਪਣੇ ਇੰਟਰਪ੍ਰੀਟੇਸ਼ਨ ਪ੍ਰੋਵਾਈਡ ਕਰ ਰਿਹਾ ਹੈਗਾ ਦੂਜੀ ਲੈਂਗੁਏਜ ਦੇ ਵਿੱਚ। ਜੀ ਜੀ ਜੇ ਅਗਰ ਕੋਈ ਮੈਂਬਰ ਜਾਂ ਮਿਨਿਸਟਰ ਹਿੰਦੀ 'ਚ ਬੋਲ ਰਿਹਾ ਤੇ ਜਿਹੜੇ ਬਾਕੀ ਲੋਕੀ ਹਿੰਦੀ 'ਚ ਨਹੀਂ ਸਮਝਦੇ ਉਹ ਅੰਗਰੇਜ਼ੀ 'ਚ ਉਹਨੂੰ ਸੁਣ ਰਹੇ ਨੇ, ਔਰ ਇੰਪ੍ਰੈਸ਼ਨ ਉਹਨਾਂ ਨੂੰ ਇਹ ਮਿਲ ਰਿਹਾ ਕਿ ਜਿਵੇਂ ਓਰੀਜਨਲ ਸਪੀਕਰ ਨੂੰ ਸੁਣ ਰਹੇ ਨੇ। ਜੀ ਜੀ ਸੋ ਬਿਲਕੁਲ। ਮੈਨੂੰ ਲੱਗਾ ਕਿ ਇਹ ਕਾਫੀ ਚੈਲੰਜਿੰਗ ਔਰ ਬਹੁਤ ਇੰਟਰਸਟਿੰਗ ਲੱਗਿਆ ਮੈਨੂੰ। ਯੈਸ। ਸੋ ਮੈਂ ਕਿਹਾ ਚਲੋ ਆਊਟ ਆਫ ਕਿਊਰੀਓਸਿਟੀ ਮੈਂ ਕਿਹਾ ਚਲੋ ਟਰਾਈ ਕਰਦੇ ਹਾਂ। ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰਾ ਬਹੁਤ ਦਿਲ ਹੈ ਕਿ ਮੈਂ ਇਹਨੂੰ ਇੱਕ ਵਾਰੀ ਟਰਾਈ ਕਰਾਂ। ਤੇ ਉਹਨਾਂ ਨੂੰ ਲੱਗਿਆ ਕਿ ਮਤਲਬ ਹਾਲੇ 21-22 ਸਾਲ ਦੀ ਬੱਚੀ ਨਹੀਂ ਹੈਗੀ ਹੈ, ਕਿਸ ਤਰ੍ਹਾਂ ਲਾਈਕ ਯੂ ਨੋ ਇੱਥੇ 45, 40 ਸਾਲ ਦੇ ਲੋਕ ਆ ਕੇ ਇਸ ਜੌਬ ਤੇ ਆਉਂਦੇ ਨੇ। ਹਾਂਜੀ। ਤੇ ਵੀ ਜਿਵੇਂ ਮੈਨੂੰ ਲੱਗਿਆ ਵੀ ਮਖੌਲ ਦੇ ਵਿੱਚ ਕਿਹਾ ਜਾਂ ਪਤਾ ਨਹੀਂ, ਆਊਟ ਆਫ ਉਹਨਾਂ ਨੂੰ ਵੀ ਲੱਗਾ ਇੰਟਰਸਟ ਵਿੱਚ ਹੈ ਕਿ ਉਹਨੂੰ ਕਿਹਾ ਚਲੋ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਤੁਸੀਂ ਆਓ, ਸਾਡੇ ਇੱਥੇ ਪ੍ਰੈਕਟਿਸ ਰੂਮ ਹੈਗਾ। ਜੀ ਸੋ ਮੈਂ ਇਹਨਾਂ ਨਾਲ ਗਈ ਔਰ 4-5 ਇੰਟਰਪ੍ਰੇਟਰਸ ਬੈਠੇ ਸੀ, ਕਾਫੀ ਅੱਛੀ ਉਮਰ ਦੇ ਸੀਗੇ। ਔਰ ਉਹਨਾਂ ਨੇ ਕਿਹਾ ਬੈਠੋ ਤੁਸੀਂ ਤੇ ਅਸੀਂ ਤੁਹਾਨੂੰ ਇੱਕ ਸਪੀਚ ਪੜ੍ਹ ਕੇ ਸੁਣਾਉਂਦੇ ਹਾਂ, ਇੱਕ ਸਪੀਚ ਦਾ ਇੱਕ ਹਿੱਸਾ ਪੜ੍ਹ ਕੇ ਸੁਣਾਉਂਦੇ ਹਾਂ ਤੇ ਤੁਸੀਂ ਹੈੱਡਫੋਨ ਲਾ ਲਓ ਔਰ ਤੁਸੀਂ ਸੁਣੋ ਉਹਨੂੰ। ਇੱਕ ਬੰਦਾ ਮਾਈਕ ਤੇ ਬੈਠੇਗਾ ਅੰਦਰ, ਤੁਸੀਂ ਬੈਠ ਕੇ ਉਹਨੂੰ ਸੁਣੋ ਔਰ ਨਾਲ ਕੋਸ਼ਿਸ਼ ਕਰੋ ਕਿੰਨਾ ਕਰ ਸਕਦੇ ਹੋ। ਜੀ ਜੀ ਠੀਕ ਹੈ, ਮੈਂ ਸੁਣਨਾ ਕਰਨਾ ਸ਼ੁਰੂ ਕੀਤਾ ਤੇ ਜਿਸ ਤਰ੍ਹਾਂ ਕਹਿੰਦੇ ਕਿ ਚਿੰਗਾਰੀ ਸੀ ਉੱਥੇ ਉਸ ਟਾਈਮ ਤੇ,
ਔਰ ਉਹਨਾਂ ਨੇ ਜਦ ਸੁਣਿਆ ਉਸਦੇ ਬਾਅਦ ਤੇ ਸਾਰੇ ਜਦ ਐਂਡ ਵਿੱਚ ਸਾਰੇ ਤਾਲੀਆਂ ਵਜਾਉਣ ਲੱਗੇ, ਕਹਿੰਦੇ ਤੇਰੀ ਕਵਰੇਜ ਬਹੁਤ ਅੱਛੀ ਸੀ, ਇਟ ਵਾਸ 90% ਕਵਰੇਜ, ਮਗਰ ਤੈਨੂੰ ਹਾਲੇ ਵੀ ਨਾ ਆਪਣੀ ਵੋਕੈਬਲਰੀ ਤੇ ਆਪਣੀ ਟਰਮੀਨੋਲੋਜੀ ਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਹੈਗੀ ਹੈ। ਜੀ ਜੀ ਤੇ ਮੈਂ ਕਿਹਾ ਅਗਰ ਕਵਰੇਜ ਹੈ ਤਾਂ ਠੀਕ ਹੈ, ਟਰਮੀਨੋਲੋਜੀ ਤੇ ਵਨ ਕੈਨ ਲਰਨ। ਸੋ ਉਸ ਤਰ੍ਹਾਂ ਨਾਲ ਫਿਰ ਉਹ ਸ਼ੁਰੂ ਹੋ ਗਿਆ। ਫਿਰ ਮੈਂ ਕਿਹਾ ਠੀਕ ਹੈ, ਮੈਂ ਥੋੜੀ ਮਿਹਨਤ ਕਰਕੇ ਆਈ ਥਿੰਕ ਆਈ ਕੈਨ ਡੂ ਇਟ। ਫਿਰ ਮੈਂ ਕਾਫੀ ਆਪਣੇ ਆਪ ਸੈਲਫ ਸਟੱਡੀ ਕਰਕੇ, ਸੈਲਫ ਹੈਲਪ ਲੈ ਕੇ, ਕਰ ਕਰਕੇ ਸਪੀਚਸ ਸੁਣੀਆਂ, ਸਪੀਚਸ ਸੁਣ ਕੇ ਨਾਲ ਨਾਲ ਆਪਣੇ ਆਪ ਰਿਕਾਰਡ ਕੀਤਾ, ਜੀ ਰਿਕਾਰਡ ਕਰਕੇ ਸੁਣਿਆ ਕਿ ਮੇਰੀ ਕੀ ਗਲਤੀਆਂ ਹੋਈਆਂ ਨੇ, ਫਿਰ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਾਫੀ ਮਹੀਨੇ ਨਿਕਲ ਗਏ ਤੇ ਉਹਨਾਂ ਦਾ ਫਿਰ ਟੈਸਟ ਦਾ ਟਾਈਮ ਆ ਗਿਆ ਠੀਕ ਤੇ ਹੈ ਮੈਂ ਟੈਸਟ ਬੈਠੀ ਔਰ ਮੇਰਾ ਟੈਸਟ ਕਲੀਅਰ ਹੋ ਗਿਆ। ਸੋ ਮਤਲਬ ਉਹ ਰੱਬ ਨੇ, ਜਿਸ ਵਾਹਿਗੁਰੂ ਨੇ, ਜਿਵੇਂ ਤੁਸੀਂ ਕਿਹਾ ਅਕਾਲ ਪੁਰਖ ਨੇ ਤੁਹਾਡੇ ਇੱਕ ਰਸਤਾ ਹੋਰ ਚੁਣਿਆ ਹੋਇਆ ਸੀ। ਬਿਲਕੁਲ ਸੋ ਉਹ ਆਪਣੇ ਆਪ ਫਿਰ ਦਰਵਾਜ਼ੇ ਖੁੱਲਦੇ ਗਏ ਤੇ ਮੈਂ ਉਹ ਐਗਜ਼ਾਮ ਦਿੱਤਾ, ਉਹ ਟੈਸਟ ਪਾਸ ਹੋ ਗਿਆ। ਉਹਨਾਂ ਨੇ ਕਿਹਾ ਤੁਹਾਨੂੰ ਟੈਸਟ ਪਾਸ ਦਿੱਤੇ ਬਿਕੋਜ਼ ਤੁਹਾਡੇ ਅੰਦਰ ਚਿੰਗਾਰੀ ਹੈ, ਤੇ ਸਪਾਰਕ ਇਨ ਯੂ ਹੈ, ਕਿਹਾ ਉਹਨਾਂ ਨੇ, ਯੂ ਹੈਵ ਦ ਜੀ ਸਪਾਰਕ ਇਨ ਯੂ, ਤੁਹਾਡੇ ਅੰਦਰ ਚਿੰਗਾਰੀ ਹੈਗੀ ਹੈ, ਹੁਣ ਇਹਨੂੰ ਕਿਸ ਤਰ੍ਹਾਂ ਤੁਸੀਂ ਯੂਜ਼ ਕਰਦੇ ਤੁਹਾਡੇ ਉੱਤੇ ਹੈਗਾ। ਬਿਲਕੁਲ ਸੋ ਉਹਦੇ ਬਾਅਦ ਫਿਰ ਕਰੀਬ 18 ਮਹੀਨੇ ਮੇਰੀ ਟ੍ਰੇਨਿੰਗ ਹੋਈ ਸੀ ਪਾਰਲੀਮੈਂਟ ਦੇ ਵਿੱਚ ਹੀ। ਤਾਂ ਅੱਛਾ ਜੀ ਸੀਨੀਅਰ ਇੰਟਰਪ੍ਰੀਟਰਸ ਨੇ ਮੈਨੂੰ, ਹਾਂਜੀ, ਉਹਨਾਂ ਨੇ ਮੈਨੂੰ ਟ੍ਰੇਨਿੰਗ ਦਿੱਤੀ ਡਿਊਰਿੰਗ ਦ ਸੈਸ਼ਨ। ਤਾਂ ਫਿਰ ਧੀਰੇ ਧੀਰੇ ਉਹਨਾਂ ਨੇ ਫਿਰ ਮੈਨੂੰ ਬੂਥ ਵਿੱਚ, ਇੰਟਰਪ੍ਰੀਟਰਸ ਬੂਥ ਹੁੰਦਾ ਸੀ ਉੱਥੇ, ਇੱਕ ਕਿਹੜੇ ਉੱਥੇ ਸਾਲ ਦੀ ਬਿਠਾ ਗੱਲ ਹੈ ਕੇ ਉਹਨੇ, ਦਿਸ ਵਾਜ਼ ਇਨ 1991। ਜੀ ਜੀ ਕੀ ਬਾਤ ਹੈ ਯਾ ਹਾਂਜੀ, ਮੈਂ 1990 ਵਿੱਚ ਸ਼ੁਰੂ ਕੀਤਾ, ਫਿਰ 91 ਐਂਡ ਵਿੱਚ ਆ ਕੇ ਜਾਂ ਮਿਡ ਵਿੱਚ ਆ ਕੇ ਫਿਰ ਮੇਰਾ ਕੰਫਰਮੇਸ਼ਨ ਹੋ ਗਿਆ ਸੀ ਠੀਕ ਤੇ ਹੈ ਮੈਂ ਫਿਰ ਇੰਟਰਪ੍ਰੀਟਰ ਬਣ ਗਈ ਸੀ ਉਸ ਤੋਂ ਬਾਅਦ। ਜੀ ਸੋ ਤੁਸੀਂ ਦੋ ਟਰਾਈ ਲਏ, ਇੱਕ ਤਾਂ ਤੁਸੀਂ ਉਹੀ ਦੋਨੋਂ ਹੀ ਕਾਲਜ ਪੜ੍ਹਦੇ ਸਮੇਂ, ਤੇ ਜਿਹੜਾ ਮਤਲਬ ਦੁਨੀਆ ਦੇ ਟੌਪ ਲੀਡਰਸ ਦੇ ਨਾਲ ਇੰਟਰਪ੍ਰੀਟਰ ਦਾ ਕੰਮ ਕਰਨ ਦਾ ਜਿਹੜਾ ਅਨੁਭਵ ਹੈ, ਵੀ ਇੱਕ ਟਰਾਈ ਸੀਗਾ ਜਾਂ ਇੱਥੋਂ ਤੱਕ ਕਿਵੇਂ ਪਹੁੰਚੇ, ਉਹ ਵੀ ਤੁਸੀਂ ਦੱਸ ਹੀ ਦਿਓ। ਨੇ ਇੱਥੇ ਤੱਕ ਮੈਨੂੰ ਕਾਫੀ ਸਾਲ ਹੋ ਗਏ ਸੀ ਕਰਦੇ ਹੋਇਆ। ਸੋ ਮੈਂ ਉਹਦੇ ਬਾਅਦ ਪਾਰਲੀਮੈਂਟ ਵਿੱਚ ਐਜ਼ ਪਾਰਲੀਮੈਂਟਰੀ ਇੰਟਰਪ੍ਰੀਟਰ ਕਰੀਬ 6 ਸਾਲ ਕੰਮ ਕੀਤਾ, ਅੱਛਾ 1996 ਤੱਕ। ਤਾਂ ਉਦੋਂ ਤੱਕ ਮੇਰੀ ਟ੍ਰੇਨਿੰਗ, ਮੇਰਾ ਕਾਫੀ ਤਜਰਬਾ ਮੈਨੂੰ ਹੋ ਗਿਆ ਸੀ ਵਿਦ ਲੀਡਰਸ, ਨਾਟ ਵਰਲਡ ਲੀਡਰਸ ਬਟ ਇੰਡੀਅਨ ਲੀਡਰਸ। ਜੀ ਸੋ ਆਲ ਜਿੰਨੇ ਵੀ ਸਾਡੇ ਮਿਨਿਸਟਰਸ ਹੈਗੇ ਨੇ, ਜਿੰਨੇ ਮੈਂਬਰਸ ਆਫ ਪਾਰਲੀਮੈਂਟ ਹੈਗੇ ਨੇ, ਕਦੇ ਕਦੇ ਕੋਈ ਫੋਰਨ ਡੈਲੀਗੇਸ਼ਨ ਆਉਂਦੀ ਸੀ ਤੇ ਸਾਨੂੰ ਉਹਦੇ ਨਾਲ ਵੀ ਭੇਜ ਦਿੱਤਾ ਜਾਂਦਾ ਸੀ। ਫਿਰ ਮੈਨੂੰ ਇੱਥੇ ਪ੍ਰਾਈਵੇਟ ਟੀਵੀ ਚੈਨਲਸ ਤੋਂ ਵੀ ਕਈ ਵਾਰੀ ਕਾਲ ਆਉਂਦੀ ਸੀ, ਜਿਵੇਂ ਇਲੈਕਸ਼ਨਸ ਹੋ ਰਹੇ ਸੀ, ਐਗਜ਼ਿਟ ਪੋਲ ਸੀ, ਜੀ ਤੇ ਹੁਣ ਮੈਨੂੰ ਪਤਾ ਨਹੀਂ ਅੱਜ ਕੱਲ੍ਹ ਹੈ ਕਿ there was NDTV, ਜੀ ਤੇ ਜੀ ਉਹਨਾਂ ਦੇ ਉਸ ਟਾਈਮ ਹੈਡ ਸੀ ਆਈ ਥਿੰਕ ਪ੍ਰਣੋਏ ਰੋਏ। ਉਹਨਾਂ ਦੇ ਆਫਿਸ ਤੋਂ ਮੈਨੂੰ ਫੋਨ ਆਇਆ ਕਿ ਪ੍ਰਣੋਏ ਰੋਏ ਨੂੰ ਤੁਹਾਡੇ ਐਗਜ਼ਿਟ ਪੋਲ ਦੇ ਟਾਈਮ ਤੇ ਇੰਟਰਪ੍ਰੀਟਰ ਦੀ ਲੋੜ ਹੈਗੀ ਹੈ, ਜੀ ਬਿਕੋਜ਼ ਉਹਨਾਂ ਦੀ ਹਿੰਦੀ ਇੰਨੀ ਚੰਗੀ ਨਹੀਂ ਹੈਗੀ, ਹੋਰ ਜਿਹੜੇ ਮੈਂਬਰਸ ਨੂੰ ਇੰਟਰਵਿਊ ਕਰ ਰਹੇ ਨੇ ਬੜੀ ਠੇਠ ਹਿੰਦੀ ਬੋਲਦੇ ਨੇ। ਜੀ ਜੀ ਸੋ ਮੈਂ ਕਿਹਾ ਠੀਕ ਹੈ। ਸੋ ਮੈਂ ਉਹਨਾਂ ਦੇ ਆਫਿਸ ਜਾ ਕੇ, NDTV ਦੇ ਆਫਿਸ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਵੀ ਇੰਟਰਪ੍ਰੀਟ ਕੀਤਾ ਸੀ, ਐਂਡ ਦੈਟ ਹੈਲਪ ਮੀ। ਮੈਂ ਬੜੇ ਖੁਸ਼ ਸੀ ਕਿ ਵੀ ਸਾਡਾ ਐਗਜ਼ਿਟ ਪੋਲ ਤੁਹਾਡੇ ਕਰਕੇ ਕਾਫੀ ਸਫਲ ਹੋਇਆ ਹੈਗਾ। ਜੀ ਜੀ ਸੋ ਇਸ ਤਰ੍ਹਾਂ ਨਾਲ ਹੋਰ ਵੀ ਪ੍ਰਾਈਵੇਟ ਇੱਕ ਦੋ ਅਸਾਈਨਮੈਂਟਸ ਕੀਤੀਆਂ ਮੈਂ, ਮਿਨਿਸਟਰੀਜ਼ ਦੀਆਂ, ਡਿਫਰੈਂਟ ਮਿਨਿਸਟਰੀਜ਼ ਦੇ ਇੰਟਰਸੈਸ਼ਨ ਦੇ ਵਿੱਚ ਉਹਨਾਂ ਦੇ ਕੰਸਲਟੇਟਿਵ ਕਮੇਟੀਜ਼ ਹੁੰਦੀਆਂ ਸੀ, ਮੀਟਿੰਗਸ ਹੁੰਦੀਆਂ ਸੀ। ਇੱਕ ਦੋ ਵਾਰੀ ਵਰਲਡ ਬੈਂਕ ਦੀ ਵੀ ਕੁਝ ਮੀਟਿੰਗਸ ਹੋਈਆਂ, ਆਈ ਥਿੰਕ ਸਾਰਕ ਨੇਸ਼ਨਸ ਦੀ ਮੀਟਿੰਗਸ ਹੋਈਆਂ। ਤਾਂ ਉੱਥੇ ਕਾਨਫਰੰਸ ਲੈਵਲ ਦਾ ਕਾਫੀ ਮੈਨੂੰ ਤਜਰਬਾ ਹੋ ਗਿਆ ਸੀ। ਜੀ ਫਿਰ 96 ਵਿੱਚ ਮੇਰੇ ਹਸਬੈਂਡ ਦਾ ਟ੍ਰਾਂਸਫਰ ਹੋ ਗਿਆ US ਵਿੱਚ, ਤੇ ਅਸੀਂ ਕੈਲੀਫੋਰਨੀਆ ਵਿੱਚ ਸਿਲੀਕਨ ਵੈਲੀ ਵਿੱਚ ਗਏ। ਤੇ ਮੈਂ ਇੱਥੋਂ ਸਿਰਫ ਛੁੱਟੀ ਲੈ ਕੇ ਗਈ ਸੀ, ਸੋਚ ਕੇ ਕਿ ਕਰੀਬ 3 ਸਾਲ ਦੀ ਛੁੱਟੀ ਮਿਲਦੀ ਸੀ। ਮੈਂ ਕਿਹਾ ਚਲੋ 3 ਸਾਲ ਕੰਮ ਕਰਕੇ ਵਾਪਸ ਆ ਜਾਵਾਂਗੇ। ਜੀ ਪਰ ਫਿਰ ਉੱਥੇ ਜਾ ਕੇ ਖਾਲੀ ਬੈਠਣਾ ਬੜਾ ਮੁਸ਼ਕਿਲ ਸੀ। ਸੋ ਕੁਛ ਨਾ ਕੁਛ ਕੰਮ ਢੂੰढ ਰਹੀ ਸੀ ਮੈਂ ਕਿ ਕੁਛ ਕੀਤਾ ਜਾਏ, ਕੀ ਕੀਤਾ ਜਾਏ, ਪੜ੍ਹਾਈ ਕਰ ਲਾਂ ਮੈਂ। ਤੇ ਫਿਰ ਮੈਂ, ਕਿਉਂਕਿ IT ਦਾ ਗੜ ਹੈਗਾ, ਉਹ ਸੋਚ ਰਹੀ ਸੀ ਕਿ ਕੁਛ IT ਦੇ ਕੋਰਸਿਸ ਕਰ ਲਾਂ, ਕੰਪਿਊਟਰ ਸਾਇੰਸ ਦੇ ਕਰ ਲਾਂ। ਪਰ ਮੇਰੇ ਹਸਬੈਂਡ ਨੇ ਉਸ ਟਾਈਮ ਮੈਨੂੰ ਇੱਕੋ ਗੱਲ ਕਹੀ ਸੀ ਕਿ ਨਹੀਂ, ਜੋ ਤੁਸੀਂ ਤੁਹਾਡਾ ਮਨ ਕਰੇ ਉਹ ਕਰੋ, ਫੋਲੋ ਯਰ ਹਾਰਟ। ਤੇ ਫਿਰ ਉਹ ਗੱਲ ਜਿਵੇਂ ਕਹਿੰਦੇ ਨਾ ਪੱਲੇ ਬਣ ਗਈ ਕਿ ਠੀਕ ਹੈ, ਜਿਹੜਾ ਹੈ ਉਹ ਕਰੋ। ਪਰ ਇਹ ਨਹੀਂ ਪਤਾ ਸੀ ਕਿ ਇੰਟਰਪ੍ਰੀਟੇਸ਼ਨ ਦਾ ਕਿੰਨਾ ਓਪਰਚੁਨਿਟੀਜ਼ ਨਹੀਂ ਸੀ ਪਤਾ। ਜੀ ਸੋ ਜੀ ਮੈਨੂੰ ਧੀਰੇ ਧੀਰੇ ਪਤਾ ਚੱਲਿਆ ਕਿ ਉੱਥੇ ਜੋ ਅਦਾਲਤਾਂ ਹੈਗੀਆਂ ਨੇ, ਕੋਰਟਸ ਹੈਗੇ ਨੇ, ਉਹਨਾਂ ਨੂੰ ਇੰਟਰਪ੍ਰੀਟਰਸ ਦੀ ਲੋੜ ਹੁੰਦੀ ਹੈ। ਮੈਂ ਉੱਥੇ ਫਿਰ ਜਾ ਕੇ ਐਪਲੀਕੇਸ਼ਨ ਦਿੱਤੀਆਂ, ਔਰ ਉਹਨਾਂ ਦਿਨਾਂ ਵਿੱਚ ਇਹਨਾਂ IT ਦਾ ਤੇ ਇਹਨਾਂ ਕੁਝ ਸੀ ਨਹੀਂ, ਕੋਈ ਇਹਨਾਂ ਲਾਈਕ ਕੋਈ ਇੰਟਰਨੈਟ ਵਗੈਰਾ ਸਾਰੇ ਸੋਸ਼ਲ ਮੀਡੀਆ ਤੇ ਸਭ ਸੀ ਨਹੀਂ। ਸੋ ਜੀ ਜੀ ਹੱਥ ਦੇ ਨਾਲ ਮੈਂ ਐਪਲੀਕੇਸ਼ਨਸ ਲੈ ਜਾ ਕੇ ਇਹਨਾਂ ਨੂੰ ਪਕੜਾਈਆਂ, ਔਰ ਮੈਂ ਕਿਹਾ ਕਿ ਦੇਖੋ ਇਸ ਤਰ੍ਹਾਂ ਮੈਂ ਨਵੀਂ ਹੈਗੀ ਹਾਂ ਔਰ ਇੱਥੇ ਮੈਨੂੰ ਇੰਟਰਪ੍ਰੀਟਰ ਦਾ ਕੰਮ ਚਾਹੀਦਾ ਹੈਗਾ। ਤੇ ਉਹਨਾਂ ਨੇ ਠੀਕ ਹੈ ਦੇਖਾ, ਮੇਰਾ ਰੈਜ਼ੂਮੇ ਲੱਗਾ, ਉਹਨਾਂ ਨੂੰ ਇੰਪ੍ਰੈਸਿਵ ਲੱਗਾ, ਤੇ ਕੋਰਸ ਤੋਂ ਮੈਨੂੰ ਕਾਲ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਪ੍ਰਾਈਵੇਟ ਮੀਟਿੰਗਸ ਦੀਆਂ ਸੈਮੀਨਾਰਸ ਤੇ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਕੁਝ ਸਾਲਾਂ ਬਾਅਦ ਮੈਨੂੰ ਮੇਰੀ ਇੱਕ ਫਰੈਂਡ ਨੇ, ਜੋ ਕੋਲੀਗ ਸੀ ਉੱਥੇ, ਉਹਨੇ ਦੱਸਿਆ ਕਿ ਤੁਸੀਂ ਕਿਉਂ ਨਹੀਂ ਡਿਪਲੋਮੈਟਿਕ ਲੈਵਲ ਤੇ ਕੋਸ਼ਿਸ਼ ਕਰਦੇ, ਕਿ ਤੁਸੀਂ ਇੰਡੀਆ 'ਚ ਡਿਪਲੋਮੈਟਿਕ ਲੈਵਲ 'ਚ ਕੰਮ ਕੀਤਾ ਹੈਗਾ। ਜੀ ਸੋ ਮੈਂ ਉੱਥੇ ਜਾ ਕੇ ਟੈਸਟ ਦਿੱਤਾ, ਡਿਪਾਰਟਮੈਂਟ ਆਫ ਸਟੇਟ, ਜਿਵੇਂ ਸਾਡੇ ਤੇ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਹੈਗਾ, ਉੱਥੇ ਡਿਪਾਰਟਮੈਂਟ ਆਫ ਸਟੇਟ ਕਿਹਾ ਜਾਂਦਾ। ਜੀ ਜੀ ਤੇ ਉਹ ਵਾਸ਼ਿੰਗਟਨ DC ਵਿੱਚ ਸੀ। ਫਿਰ ਮੈਂ ਉੱਥੇ ਜਾ ਕੇ ਟੈਸਟ ਦਿੱਤਾ, ਫਟਾਫਟ ਉਹ ਕਲੀਅਰ ਹੋ ਗਿਆ, ਬਿਕੋਜ਼ ਮੇਰਾ ਤਜਰਬਾ ਕਾਫੀ ਸੀ ਡਿਪਲੋਮੇਸੀ ਦੇ ਵਿੱਚ। ਜੀ ਸੋ ਉਹਦੇ ਬਾਅਦ ਫਿਰ ਛੋਟੇ ਛੋਟੇ ਅਸਾਈਨਮੈਂਟਸ ਆਉਣੇ ਸ਼ੁਰੂ ਹੋਏ। ਹੋਰ ਫਿਰ 2008 ਦੇ ਵਿੱਚ ਮੈਨੂੰ ਡਿਪਲੋਮੈਟਿਕ ਲੈਵਲ ਤੇ ਕੰਮ ਆਉਣਾ ਸ਼ੁਰੂ ਹੋ ਗਿਆ ਸੀ। 2010 ਵਿੱਚ ਬਰਾਕ ਓਬਾਮਾ ਪ੍ਰੈਜ਼ੀਡੈਂਟ ਸੀ, ਜੀ ਔਰ ਉਹਨਾਂ ਦਾ ਪਹਿਲਾ ਦੌਰਾ ਲੱਗਿਆ ਸੀ ਇੰਡੀਆ ਦਾ। ਤੇ ਉਸ ਟਾਈਮ ਤੇ ਮੈਨੂੰ ਉਹਨਾਂ ਦੇ ਨਾਲ ਇੰਟਰਪ੍ਰੀਟਰ ਵਜੋਂ ਭੇਜਿਆ ਗਿਆ ਸੀ। ਠੀਕ ਹੈ ਅਸੀਂ ਮੁੰਬਈ ਆਏ ਸੀ, ਦਿੱਲੀ ਆਏ ਸੀ। ਹੂੰ ਫਿਰ 2015 ਵਿੱਚ ਫਿਰ ਆਈ ਸੀ ਔਨ ਰਿਪਬਲਿਕ ਡੇ, ਤੇ ਉਸ ਟਾਈਮ ਤੇ ਪ੍ਰਧਾਨ ਮੰਤਰੀ ਮੋਦੀ ਸੀਗੇ।
ਜੀ ਜੀ ਤੇ ਉਸ ਟਾਈਮ ਬਹੁਤ ਇੰਟਰਪ੍ਰੀਟੇਸ਼ਨ ਦੀ ਲੋੜ ਪਈ ਸੀ, ਕਾਫੀ ਕੰਮ ਮੈਂ ਕੀਤਾ ਸੀ ਉਸ ਟਾਈਮ ਆ ਕੇ, ਦਿੱਲੀ ਵਿੱਚ ਵੀ, ਮੁੰਬਈ ਵਿੱਚ ਵੀ। ਜੀ ਪਰ ਅਪਾਰਟ ਫਰਮ ਦਿਸ, ਇਸ ਤੋਂ ਇਲਾਵਾ ਵੀ ਜਦੋਂ ਪ੍ਰਧਾਨ ਮੰਤਰੀ ਮੋਦੀ ਪ੍ਰਾਈਮ ਮਿਨਿਸਟਰ ਬਣੇ ਸੀ 2014 ਵਿੱਚ, ਤੇ ਉਹਨਾਂ ਨੇ ਆ ਕੇ ਯੂਨਾਈਟਿਡ ਨੇਸ਼ਨਸ ਯੂਨੀ ਜਨਰਲ ਅਸੈਂਬਲੀ ਵਿੱਚ ਉਹਨਾਂ ਦੀ ਪਹਿਲੀ ਸਪੀਚ ਹੋਣੀ ਸੀ ਯੂਨਾਈਟਿਡ ਨੇਸ਼ਨਸ ਵਿੱਚ। ਬਿਲਕੁਲ ਹਾਂਜੀ। ਬਿਲਕੁਲ, ਉਹ ਮੈਨੂੰ ਵੀ ਪਤਾ ਹੈ। ਤੇ ਹਾਂਜੀ, ਹਾਂਜੀ, ਤੇ ਉਸ ਟਾਈਮ ਤੇ ਫਿਰ ਉਹਨਾਂ ਦੇ ਜਿਹੜੇ ਪਰਮਾਨੈਂਟ ਮਿਸ਼ਨ ਆਫ ਇੰਡੀਆ PMI ਕਹਿੰਦੇ ਨੇ, ਉਹਨਾਂ ਦੇ ਐਂਬੈਸਡਰ ਦੇ ਆਫਿਸ ਤੋਂ ਮੈਨੂੰ ਫੋਨ ਆਇਆ ਸੀ ਵੀ ਤੁਸੀਂ ਅਗਰ ਆ ਕੇ ਉਹਨਾਂ ਦੇ ਵਾਸਤੇ ਇੰਟਰਪ੍ਰੀਟ ਕਰ ਸਕੋ। ਬਹੁਤ ਲਾਸਟ ਮਿੰਟ ਮੈਨੂੰ ਕਾਲ ਆਈ ਸੀ, ਅੱਛਾ ਪਰ ਮੈਂ ਕਿਹਾ ਇਟਸ ਅ ਵੈਰੀ ਗੁੱਡ ਓਪਰਚੁਨਿਟੀ, ਬਿਕਾਜ਼ ਹਰ ਕਹਿੰਦੇ ਨੇ ਹਰ ਇੰਟਰਪ੍ਰੀਟਰ ਦਾ ਇੱਕ ਹੀ ਵੱਡਾ ਸਭ ਦਾ ਸੁਪਨਾ ਹੁੰਦਾ ਹੈ ਕਿ ਮੈਂ ਯੂਨਾਈਟਿਡ ਨੇਸ਼ਨਸ ਵਿੱਚ ਕੰਮ ਕਰਾਂ। ਤੁਸੀਂ ਕਿੱਥੇ ਵੀ ਕੰਮ ਕਰ ਲਓ, ਬਟ ਦ ਅਲਟੀਮੇਟ ਫॉर ਐਨੀ ਇੰਟਰਪ੍ਰੀਟਰ, ਕਿਸੇ ਵੀ ਇੰਟਰਪ੍ਰੀਟਰ ਵਾਸਤੇ ਸਭ ਤੋਂ ਵੱਡਾ ਜਿਹੜਾ ਮੁਕਾਮ ਹੈਗਾ ਉਹ ਯੂਨਾਈਟਿਡ ਨੇਸ਼ਨਸ ਵਿੱਚ ਕੰਮ ਕਰਨਾ ਹੈਗਾ। ਅੱਛਾ ਜੀ, ਇਹ ਤੇ ਕਿਉਂ? ਵੈਸੇ ਹਾਂਜੀ, ਬਿਕਾਜ਼ ਉਹ ਅਲਟੀਮੇਟ ਹੈਗਾ। ਉੱਥੇ ਤੁਹਾਨੂੰ 192 ਨੇਸ਼ਨਸ, 192 ਮੁਲਕਾਂ ਦੇ, ਸੋਚੋ ਤੁਸੀਂ, ਰਾਸ਼ਟਰ ਅਧਿਅਕਸ਼ ਜਿਹੜੇ ਹੈਗੇ ਨੇ, ਪ੍ਰਾਈਮ ਪ੍ਰੈਜ਼ੀਡੈਂਟ ਹੋਣ, ਪ੍ਰਾਈਮ ਮਿਨਿਸਟਰਸ ਹੋਣ, ਉਹ ਸੁਣ ਰਹੇ ਹੁੰਦੇ ਨੇ, ਜੀ ਜੀ ਬਿਲਕੁਲ, ਰਾਈਟ? ਬਹੁਤ ਵੱਡੀ ਤੇ ਗੱਲ ਹੈ। ਉੱਥੇ ਤੁਹਾਡੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚਦੀ ਹੈਗੀ ਹੈ। ਹੁਣ ਤੁਸੀਂ ਅਗਰ ਇੰਡੀਅਨ ਲੀਡਰ ਲਈ ਕਰ ਰਹੇ ਹੋ ਜਾਂ ਅਮਰੀਕਾ ਦੇ ਲੀਡਰ ਲਈ ਕਰ ਰਹੇ ਹੋ ਜਾਂ ਖਾਲੀ ਉਹਨਾਂ ਦੇ ਬਾਇਲੈਟਰਲ ਟਾਕਸ ਵਿੱਚ, ਦਵਿਪੱਖੀ ਵਾਰਤਾ ਜਿਵੇਂ ਕਹਿੰਦੇ ਨੇ, ਉਹਨਾਂ 'ਚ ਕਰਦੇ ਹੋ, ਤੇ ਦੋ ਹੀ ਲੀਡਰ ਸੁਣ ਰਹੇ ਨੇ ਤੁਹਾਨੂੰ। ਜੀ ਲੇਕਿਨ ਜਦੋਂ ਤੁਸੀਂ ਯੂਨਾਈਟਿਡ ਨੇਸ਼ਨਸ ਵਿੱਚ ਬੋਲਦੇ ਹੋ ਤੇ ਤੁਹਾਨੂੰ 192 ਨੇਸ਼ਨਸ ਦੇ ਲੀਡਰ ਸੁਣ ਰਹੇ ਨੇ, ਪਲੱਸ 192 ਨੇਸ਼ਨਸ ਦੀ ਸਾਰੀ ਜਨਤਾ, ਜਿਹੜੀ ਜਨਸੰਖਿਆ ਹੈਗੀ ਹੈ, ਲੋਕੀ ਜਿਹੜੇ ਨੇ ਸਾਰੇ ਸੁਣ, ਸਾਰੇ ਸੋ ਸੁਣ ਰਹੇ। ਬੇਸਿਕਲੀ ਤੁਹਾਨੂੰ ਪੂਰੀ ਦੁਨੀਆ ਸੁਣ ਰਹੀ ਹੈਗੀ ਹੈ। ਜੀ ਜੀ, ਠੀਕ ਹੈ ਨਾ? ਉੱਥੇ ਹੁਣ ਮਤਲਬ ਅਗਰ ਇੱਕ ਯੂਨਾਈਟਿਡ ਲੀਡਰ ਨੇਸ਼ਨ ਹਿੰਦੀ, ਜਦੋਂ PM ਮੋਦੀ ਬੋਲ ਰਹੇ ਸੀ ਤਾਂ ਉਹ ਜਿਹੜੀ ਪਿੱਛੋਂ ਆਵਾਜ਼ ਆ ਰਹੀ ਸੀ ਉਹ ਤੁਹਾਡੀ ਸੀਗੀ? ਕਿਉਂਕਿ ਉਦੋਂ ਮੈਂ ਉਹ ਮੇਰੀ ਸੀ। ਨਿਊਜ਼ ਦੇ ਵਿੱਚ ਹੀ ਕੰਮ ਕਰਦੀ ਸੀ ਤਾਂ ਮੈਨੂੰ ਯਾਦ ਆ ਰਿਹਾ ਜਦੋਂ ਅੱਛਾ ਪਹਿਲੀ ਅੱਛਾ, ਸਪੀਚ ਸੀ PM ਮੋਦੀ ਦੀ। ਹੁਣ ਮੈਂ ਦੁਬਾਰਾ ਜੀ ਜਾ ਕੇ ਸੁਣਾਂਗੀ ਤੁਹਾਡੀ ਉਸ ਆਵਾਜ਼ ਨੂੰ। ਜ਼ਰੂਰ, ਜ਼ਰੂਰ, ਜ਼ਰੂਰ। ਉਹ ਆਰਕਾਈਵਜ਼ ਵਿੱਚ ਕੋਈ ਵੀ ਦੇਖ ਸਕਦਾ ਹੈ। ਯੂਨਾਈਟਿਡ ਨੇਸ਼ਨਸ ਦੇ ਆਰਕਾਈਵਜ਼ ਵਿੱਚ ਜਾ ਕੇ ਅਗਰ ਤੁਸੀਂ 2014 ਪ੍ਰਾਈਮ ਮਿਨਿਸਟਰ ਮੋਦੀ ਸਪੀਚ ਪਾਓਗੇ ਤਾਂ ਤੁਹਾਨੂੰ ਮੇਰੀ ਆਵਾਜ਼ ਆਏਗੀ ਉਹਦੇ ਜੀ ਵਿੱਚ। ਬਿਲकुल, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੋ ਸੁਣਾਵਾਂਗੇ ਯਾ, ਹੁਣੇ ਹੀ ਕੱਢ ਕੇ। It's a matter of great honor for me. मैं भारतवासियों की I am आशाओं व अपेक्षाओं से humbled by the अभिभूत hopes हूँ। and expectations of the people of India. ਸੋ ਗੁਰਦੀਪ ਜੀ, ਤੁਸੀਂ ਦੋ ਭਾਸ਼ਾਵਾਂ ਦੇ ਵਿੱਚ ਹੀ ਕਰਦੇ ਹੈਗੇ ਹੋ, ਹਿੰਦੀ ਟੂ ਇੰਗਲਿਸ਼, ਇੰਗਲਿਸ਼ ਟੂ ਹਿੰਦੀ? ਨਹੀਂ, ਮੈਂ ਹਿੰਦੀ ਤੋਂ ਇੰਗਲਿਸ਼, ਇੰਗਲਿਸ਼ ਤੋਂ ਹਿੰਦੀ ਕਰਦੀ ਹਾਂ, ਪਰ ਮੈਂ ਨਾਲ ਦੀ ਨਾਲ ਪੰਜਾਬੀ ਇੰਟੂ ਇੰਗਲਿਸ਼ ਔਰ ਇੰਗਲਿਸ਼ ਇੰਟੂ ਪੰਜਾਬੀ ਵੀ ਕਰਦੀ ਹਾਂ। ਕਾਫੀ ਕੋਰਟਸ ਵਿੱਚ ਅਗਰ ਵੇਖਿਆ ਜਾਏ ਤੇ ਅਦਾਲਤਾਂ ਵਿੱਚ ਜ਼ਿਆਦਾਤਰ ਪੰਜਾਬੀ ਦਾ ਇਸਤੇਮਾਲ ਜ਼ਿਆਦਾ ਹੈਗਾ ਹੈ, ਜ਼ਿਆਦਾ ਜ਼ਰੂਰਤ ਜ਼ਿਆਦਾ ਪੈਂਦੀ ਹੈਗੀ ਹੈ। ਜੀ ਔਰ ਕਈ ਵਾਰੀ ਮੀਟਿੰਗਸ ਐਸੀਆਂ ਹੁੰਦੀਆਂ ਨੇ, ਕਈ ਕੰਪਨੀਜ਼ ਦੀ ਵੀ ਮੀਟਿੰਗਸ ਹੁੰਦੀਆਂ ਨੇ ਜਿੱਥੇ ਉਹਨਾਂ ਕੋਲ ਪੰਜਾਬੀ ਬੋਲਣ ਵਾਲੇ EMPLOYEES ਜ਼ਿਆਦਾ ਹੁੰਦੇ ਨੇ, ਜੀ ਸੋ ਉਹ ਵੀ ਇੰਟਰਪ੍ਰੀਟੇਸ਼ਨ ਵਾਸਤੇ ਸਾਨੂੰ ਫਿਰ ਕਾਲ ਕਰਦੇ ਨੇ। ਕਈ ਸੈਮੀਨਾਰਸ ਵਿੱਚ ਇਸ ਤਰ੍ਹਾਂ ਲੋੜ ਪੈਂਦੀ ਹੈਗੀ ਹੈ। ਤੇ ਬਟ ਜ਼ਿਆਦਾ ਤੋਂ ਜ਼ਿਆਦਾ ਫੈਡਰਲ ਕੋਰਟਸ ਦੇ ਵਿੱਚ, ਹੋਰ ਸਾਡੇ ਜਿਵੇਂ ਇੱਥੇ ਸੁਪਰੀਮ ਕੋਰਟ ਹੈਗਾ ਜਾਂ ਹਾਈ ਕੋਰਟ ਹੈਗਾ, ਇਸੇ ਤਰ੍ਹਾਂ ਉੱਥੇ ਫੈਡਰਲ ਕੋਰਟਸ ਔਰ ਸੁਪੀਰੀਅਰ ਕੋਰਟਸ ਹੈਗੇ ਨੇ, ਉੱਥੇ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਹੈ। ਜੀ। ਸੋ ਮੈਂ ਗੁਰਦੀਪ ਜੀ, ਪੰਜਾਬੀ, ਔਰ ਅਪਾਰਟ ਫਰਮ ਦੈਟ ਮੈਂ ਸੌਰੀ ਹਾਂਜੀ ਉਰਦੂ ਹਾਂਜੀ ਲੈਂਗੁਏਜ ਵੀ ਕਰਦੀ ਹੈਗੀ ਹਾਂ, ਕਿਉਂਕਿ ਪਾਰਲੀਮੈਂਟ ਵਿੱਚ ਰਹਿੰਦੇ ਆ, ਮੈਨੂੰ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਹਿੰਦੀ ਪੰਜਾਬੀ ਵੀ ਕਰਨੀ ਹੈ ਨਾਲ ਉਰਦੂ ਵੀ ਸਿੱਖੋ। ਸੋ ਠੀਕ ਹੈ। ਕਿਉਂਕਿ ਕੁਝ ਮੈਂਬਰ ਹੈਗੇ ਸੀ, ਲੱਗਦਾ ਸੀ ਕੋਈ ਹਿੰਦੀ ਬੋਲਣਗੇ ਮਗਰ ਉਰਦੂ ਸ਼ੁਰੂ ਕਰ ਦਿੰਦੇ ਸੀ ਬੋਲਣੀ, ਸੋ ਉਹਦੀ ਟ੍ਰੇਨਿੰਗ ਮੇਰੀ ਪਾਰਲੀਮੈਂਟ 'ਚ ਹੋਈ ਸੀ। ਤੁਸੀਂ ਹੁਣ ਸੈਟੀਸਫਾਈ ਹੋ ਆਪਣੇ ਪ੍ਰੋਫੈਸ਼ਨ ਤੋਂ? ਖੁਸ਼ ਹੋ? ਪੂਰੇ ਸੰਤੁਸ਼ਟ ਹੋ? ਕੋਈ ਮੈਂ ਮਲਾਲ ਤਾਂ ਨਹੀਂ ਬਹੁਤ ਹੈਗਾ ਕਿ ਖੁਸ਼ ਮੈਂ? ਹਾਂ। ਜੀ ਨਹੀਂ, ਨਹੀਂ, ਐਸਾ ਹਰ ਚੀਜ਼ ਆਪਣੇ ਹਿਸਾਬ ਨਾਲ ਨਹੀਂ ਮਿਲਦੀ, ਪਰ ਜੋ ਮਿਲੇ ਉਹ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਰੱਬ ਤੁਸੀਂ ਨੇ, ਵਾਹਿਗੁਰੂ ਨੇ ਮੈਨੂੰ ਉਸੇ ਲਾਇਕ ਸਮਝਿਆ ਔਰ ਮੈਨੂੰ ਤੇ ਬਹੁਤ ਬਖਸ਼ਿਸ਼ ਕੀਤੀ ਹੈ। ਮੈਂ ਹਮੇਸ਼ਾ ਇਹ ਸੋਚਦੀ ਹਾਂ ਕਿ ਬੰਦੇ ਦਾ ਕੀਤਾ ਹੋਇਆ ਆਪਣਾ ਕੁਝ ਨਹੀਂ ਹੁੰਦਾ, ਮਿਲਦਾ ਉਹੀ ਹੋ ਜੋ ਤੁਹਾਡੇ ਭਾਗ ਵਿੱਚ ਵਾਹਿਗੁਰੂ ਨੇ ਲਿਖਿਆ ਹੁੰਦਾ ਹੈਗਾ। ਜੀ ਤੇ ਅਕਾਲ ਪੁਰਖ ਨੇ ਇਹ ਸੇਵਾ ਮੇਰੇ ਲਈ ਲਿਖੀ ਸੀ, ਔਰ ਮੈਂ ਕੋਸ਼ਿਸ਼ ਕੀਤੀ ਪੂਰੀ ਕਿ ਜਿਹੜੀ ਸੇਵਾ ਮੈਨੂੰ ਦਿੱਤੀ ਹੈ ਉਹਨੂੰ ਮੈਂ ਸਭ ਤੋਂ ਜ਼ਿਆਦਾ ਵਧੀਆ ਤੋਂ ਵਧੀਆ ਤਰੀਕੇ ਨਾਲ ਨਿਭਾ ਸਕਾਂ, ਤੇ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ। ਅੱਜ ਵੀ ਅਸੀਂ ਬੱਚੇ ਦੇਖੋ, ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦਿਆਂ, 30 ਸਾਲ ਤੋਂ ਜ਼ਿਆਦਾ ਮੈਨੂੰ ਇੰਟਰਪ੍ਰੀਟ ਕਰਦੇ ਹੋ ਗਏ ਨੇ, ਜੀ ਜੀ ਮਗਰ ਅਸੀਂ ਹਾਲੇ ਵੀ ਮੈਂ ਟ੍ਰੇਨਿੰਗਸ ਕਰਦੀ ਹਾਂ, ਮੈਂ ਲੋਕਾਂ ਨੂੰ ਟ੍ਰੇਨਿੰਗ ਦਿੰਦੀ ਵੀ ਹਾਂ, ਲੇਕਿਨ ਲੇਟੈਸਟ ਟੈਕਨੋਲੋਜੀ ਦੇ ਉੱਤੇ, ਲੇਟੈਸਟ ਟਰਮੀਨੋਲੋਜੀ ਦੇ ਉੱਤੇ, ਲੇਟੈਸਟ ਦੁਨੀਆ ਵਿੱਚ ਕੀ ਹੋ ਰਿਹਾ, ਕੀ ਵਾਪਰ ਰਿਹਾ ਹੈਗਾ, ਹੋਰ ਕਿਸ ਤਰ੍ਹਾਂ ਇੰਟਰਪ੍ਰੀਟੇਸ਼ਨ 'ਚ ਕੀ ਚੇਂਜਸ ਆ ਰਹੇ ਨੇ, ਉਸ 'ਤੇ ਅਸੀਂ ਹਾਲੇ ਵੀ ਟ੍ਰੇਨਿੰਗਸ ਖੁਦ ਵੀ ਲੈਂਦੇ ਹੈਗੇ ਆ। ਜੀ ਜੀ ਸੋ ਇਟਸ ਅ ਲਰਨਿੰਗ ਪ੍ਰੋਸੈਸ ਹੈ, ਹਰ ਟਾਈਮ ਚੱਲਣ ਵਾਲਾ, ਜੋ ਸਿੱਖਣ ਵਾਲੀ ਚੀਜ਼ ਹੈਗੀ, ਜੋ ਹਰ ਟਾਈਮ ਤੁਸੀਂ ਸਿੱਖਦੇ ਰਹੋ ਤਾਂ ਹੀ ਤੁਸੀਂ ਸਭ ਤੋਂ ਅੱਗੇ ਰਹਿ ਸਕਦੇ ਹੋ। ਤੇ ਇੱਕ ਸੋ ਮੈਨੂੰ ਕੋਈ ਮਲਾਲ ਨਹੀਂ ਹੈਗਾ। ਜੀ ਬਹੁਤ ਵਧੀਆ, ਕਿਉਂਕਿ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ। ਤੁਹਾਡੀ ਆਵਾਜ਼ ਦੇ ਵਿੱਚ ਜੋ ਕਲੈਰਿਟੀ ਹੈ, ਜੋ ਤੁਹਾਡੀ ਆਵਾਜ਼ ਦੀ ਕੁਆਲਿਟੀ ਹੈ, ਉਹ ਅਸੀਂ ਵੀ ਸੁਣ ਕੇ ਦਿਲ ਕਰਦਾ ਹੈ ਕਿ ਪ੍ਰਸ਼ੰਸਾ ਕਰੀਏ, ਸੁਣਦੇ ਰਹੀਏ, ਹੈ ਨਾ। ਆਵਾਜ਼ 'ਚ ਮਿਠਾਸ ਵੀ ਹੈਗੀ ਹੈ। ਸੋ ਗੁਰਦੀਪ ਜੀ, ਇੱਕ ਇੰਟਰਪ੍ਰੇਟਰ ਬਣਨ ਦੇ ਲਈ ਜੇ ਮੰਨ ਲਓ ਸਾਡੇ ਦਰਸ਼ਕਾਂ ਦੇ ਵਿੱਚੋਂ ਕਿਸੇ ਵੀ ਨੌਜਵਾਨ ਦੀ ਕੋਈ ਚਾਹ ਹੋਵੇ ਤਾਂ ਤੁਸੀਂ ਕੀ ਟਿਪ ਉਹਨੂੰ ਦੇਣਾ ਚਾਹੋਗੇ? ਸਭ ਤੋਂ ਪਹਿਲੀ ਜ਼ਰੂਰੀ ਗੱਲ, ਮਤਲਬ ਸਭ ਤੋਂ ਪਹਿਲੀ ਕੁਆਲਿਟੀ ਕੀ ਹੋਣੀ ਚਾਹੀਦੀ ਹੈ ਤੁਹਾਡੇ 'ਚ? ਸੋ ਪਹਿਲੀ ਸਭ ਤੋਂ ਗੱਲ ਹੈਗੀ ਕਿ ਤੁਹਾਨੂੰ ਦੋਨੋਂ ਭਾਸ਼ਾਵਾਂ ਦਾ, ਦੋਨੋਂ ਜ਼ਬਾਨਾਂ ਦਾ ਬਹੁਤ ਚੰਗਾ ਗਿਆਨ ਹੋਣਾ ਚਾਹੀਦਾ ਹੈ। ਹੁਣ ਇੱਥੇ ਮੈਂ ਗੱਲ ਸਾਫ਼ ਕਰ ਦਿਆਂ ਕਿ ਬਿਲਕੁਲ ਬਹੁਤ ਲੋਕਾਂ ਦੀ ਕਈ ਵਾਰੀ ਕਾਲਸ ਆਉਂਦੇ ਹੈਗੇ ਨੇ, ਈਮੇਲਸ ਆਉਂਦੇ ਨੇ ਕਿ ਸਾਨੂੰ ਨਾ ਦੋ ਲੈਂਗੁਏਜਸ ਆਉਂਦੇ ਨੇ, ਮੈਂ ਹਿੰਦੀ ਔਰ ਇੰਗਲਿਸ਼ ਤਾਂ ਦੋਨੋਂ ਬੋਲ ਸਕਦੀ ਹਾਂ, ਜਾਂ ਮੈਂ ਪੰਜਾਬੀ ਔਰ ਅੰਗਰੇਜ਼ੀ ਦੋਨੋਂ ਬੋਲ ਸਕਦੀ ਹਾਂ, ਤੇ ਤੁਸੀਂ ਮੈਨੂੰ ਇੰਟਰਪ੍ਰੀਟੇਸ਼ਨ ਦਾ ਕੰਮ ਦਿਓ।
ਸੋ ਇਸ ਤਰ੍ਹਾਂ ਨਹੀਂ ਹੈਗਾ, ਦੋਨੋਂ ਭਾਸ਼ਾਵਾਂ ਦਾ ਗੂੜ ਗਿਆਨ ਚਾਹੀਦਾ ਹੈਗਾ। ਜੀ ਫਿਰ ਉਸ ਤੋਂ ਬਾਅਦ ਟ੍ਰੇਨਿੰਗ ਚਾਹੀਦੀ ਹੈਗੀ ਹੈ ਕਿ ਸਿਰਫ ਦੋਨੋਂ ਭਾਸ਼ਾਵਾਂ ਨਹੀਂ ਤੁਹਾਨੂੰ ਆਉਣੀ ਚਾਹੀਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੁਨੀਆ 'ਚ ਕੀ ਵਾਪਰ ਰਿਹਾ ਹੈਗਾ, ਤੁਹਾਨੂੰ ਵਰਲਡ ਪੋਲਿਟਿਕਸ ਦੇ ਬਾਰੇ, ਜੀਓ ਪੋਲਿਟਿਕਸ ਦੇ ਬਾਰੇ, ਹਰ ਚੀਜ਼ ਦੇ ਬਾਰੇ ਗਿਆਨ ਹੋਣਾ ਬੜਾ ਜ਼ਰੂਰੀ ਹੈਗਾ। ਤੁਹਾਡੀ ਆਵਾਜ਼ ਦੀ ਜਿਸ ਤਰ੍ਹਾਂ ਤੁਸੀਂ ਕਲੈਰਿਟੀ ਚਾਹੀਦੀ ਹੈ, ਤੁਸੀਂ ਕਿਸ ਤਰ੍ਹਾਂ ਰੈਂਡੀਸ਼ਨ, ਕਿਸ ਤਰ੍ਹਾਂ ਭਾਸ਼ਾ ਨੂੰ ਬੋਲਦੇ ਹੋਵੋ, ਜੇ ਹੁਣ ਮੈਂ ਅਗਰ ਪ੍ਰਾਈਮ ਮਿਨਿਸਟਰ ਵਾਸਤੇ, ਪ੍ਰੈਜ਼ੀਡੈਂਟ ਵਾਸਤੇ ਇੰਟਰਪ੍ਰੀਟ ਕਰ ਰਹੀ ਹਾਂ ਤੇ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਟਰਮੀਨੋਲੋਜੀ ਦਾ ਇਸਤੇਮਾਲ ਕਰਨਾ ਪਏਗਾ ਜੋ ਵਰਲਡ ਲੀਡਰ ਸੁਣਨਾ ਚਾਹਣਗੇ। ਲੇਕਿਨ ਅਗਰ ਮੈਂ ਕਿਸੇ ਅਦਾਲਤ ਵਿੱਚ ਜਾ ਕੇ ਕਿਸੇ ਬੰਦੇ ਦੇ ਲਈ ਕਰ ਰਹੀ ਹਾਂ ਤੇ ਉਹਦੇ ਲਈ ਮੈਨੂੰ ਆਪਣਾ ਜਿਹੜਾ ਰਜਿਸਟਰ ਹੈਗਾ, ਜੋ ਲੈਵਲ ਹੈਗਾ ਇੰਟਰਪ੍ਰੀਟੇਸ਼ਨ ਦਾ, ਥੋੜਾ ਜਿਹਾ ਘੱਟ ਕਰਕੇ ਉਹਨਾਂ ਦੀ ਤਰ੍ਹਾਂ ਦੀ, ਤਾਂ ਕਿ ਉਹ ਉਸ ਭਾਸ਼ਾ ਨੂੰ ਸਮਝ ਸਕਣ। ਰਾਈਟ, ਉਸ ਲੈਵਲ ਤੇ ਜਾਣਾ ਪੈਂਦਾ ਹੈਗਾ। ਸੋ ਤੁਹਾਨੂੰ ਪਹਿਲਾਂ ਸਮਝਣਾ ਪੈਂਦਾ ਕਿ ਤੁਹਾਡਾ ਆਡੀਅנס ਕੌਣ ਹੈਗਾ, ਕਿਹਦੇ ਲਈ ਤੁਸੀਂ ਇੰਟਰਪ੍ਰੀਟ ਕਰ ਰਹੇ ਹੋ, ਉਹ ਸਮਝਣਾ ਜ਼ਰੂਰੀ ਹੈਗਾ। ਲੈਂਗੁਏਜ ਤੇ ਮਾਸਟਰੀ ਬਹੁਤ ਜ਼ਰੂਰੀ ਹੈ ਦੋਨੋਂ ਭਾਸ਼ਾਵਾਂ ਤੇ। ਹੁਣ ਮਾਸਟਰੀ ਦਾ ਮਤਲਬ ਇਹ ਨਹੀਂ ਕਿ ਮੈਨੂੰ ਹਿੰਦੀ ਔਰ ਇੰਗਲਿਸ਼ ਦੋਨੋਂ ਆ ਗਈ ਤੇ ਮੈਂ ਇੰਟਰਪ੍ਰੀਟ ਕਰਨ ਬੈਠ ਗਈ, ਇਸ ਤਰ੍ਹਾਂ ਨਹੀਂ ਹੈਗਾ। ਤੁਹਾਡੇ ਕੋਲ ਇੱਕ, ਜਿਵੇਂ ਕਹਿੰਦੇ ਨਾ, ਕਿਸੇ ਇੱਕ ਅੱਛੇ ਸ਼ਿਕਾਰੀ ਦੇ ਕੋਲ ਤਰਕਸ਼ ਵਿੱਚ ਕਈ ਤਰ੍ਹਾਂ ਦੇ ਬਾਣ ਹੁੰਦੇ ਨੇ, ਰਾਈਟ। ਇੱਕ ਅਗਰ ਮੇਰੇ ਕੋਲ ਸਿਰਫ ਇੱਕ ਤੀਰ ਹੈਗਾ ਤੇ ਮੈਂ ਉਸ ਦੇ ਨਾਲ ਨਹੀਂ ਕਰ ਸਕਦੀ, ਮੇਰਾ ਇੱਕ ਤੀਰ ਨਹੀਂ ਕੰਮ ਆ ਰਿਹਾ ਤੇ ਮੇਰੇ ਕੋਲ ਕਈ ਤਰ੍ਹਾਂ ਦੇ ਹੋਰ ਤੀਰ ਹੋਣੇ ਚਾਹੀਦੇ ਨੇ ਜਿੱਦਾਂ ਮੈਂ ਆਪਣੇ ਨਿਸ਼ਾਨੇ ਤੇ ਪਹੁੰਚ ਸਕਾਂ। ਹੁਣ ਮੈਨੂੰ ਅਗਰ ਮੰਨ ਲਓ ਪ੍ਰਾਈਮ ਮਿਨਿਸਟਰਸ ਨੇ ਕੋਈ ਟਰਮੀਨੋਲੋਜੀ ਐਸੀ ਯੂਜ਼ ਕੀਤੀ ਜੋ ਮੈਨੂੰ ਆਂਦੀ ਤੇ ਹੈ, ਪਰ ਮੈਨੂੰ ਉਸ ਟਾਈਮ ਤੋਂ ਦਾ ਵਰਡ ਸਟ੍ਰਾਈਕ ਨਹੀਂ ਹੋ ਰਿਹਾ, ਤੇ ਮੈਂ ਕੀ ਕਰਾਂਗੀ? ਜੇ ਮੈਂ ਉਹਦੇ ਬਾਰੇ ਸੋਚਣ ਲੱਗ ਗਈ ਤੇ ਮੇਰੇ ਪ੍ਰਾਈਮ ਮਿਨਿਸਟਰ ਦੇ ਅੱਗੇ 3 ਵਰਡ, 3 ਸੈਂਟੈਂਸ ਹੋਰ ਬੋਲ ਜਾਣੇ ਨੇ, ਤੇ ਸੁਣਨ ਵਾਲੀ ਜਿਹੜੀ ਦੁਨੀਆ ਹੈਗਾ ਉਹਨਾਂ ਨੂੰ ਸਾਰੇ 3 ਸੈਂਟੈਂਸ ਮਿਸ ਹੋ ਜਾਣਗੇ। ਜੀ ਜੀ। ਅਗਰ ਮੇਰੇ ਕੋਲ ਉਸੇ ਵਰਡ ਦੇ 3-4 ਹੋਰ ਆਲਟਰਨੇਟਿਵਸ ਹੈਗੇ ਨੇ, ਜਾਂ ਮੈਂ ਉਸ ਨੂੰ ਅੱਛੀ ਤਰ੍ਹਾਂ ਸਮਝਦੀ ਹਾਂ ਔਰ ਆਪਣੀ ਭਾਸ਼ਾ 'ਚ ਫਟਾਫਟ ਉਹਨੂੰ ਹੋਰ ਐਕਸਪੈਂਡ ਕਰਕੇ ਸਮਝਾ ਸਕਾਂ, ਸੋ ਬਹੁਤ ਸਾਰੀ ਤੇ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਬੋਲੋ ਕਿ ਤੁਸੀਂ ਸਟਕ ਨਾ ਹੋ ਜਾਓ, ਕਿਸੇ ਵੀ ਜਗ੍ਹਾ ਤੇ ਤੁਸੀਂ ਅੜ ਨਾ ਜਾਓ, ਔਰ ਤੁਹਾਨੂੰ ਇਹ ਨਾ ਹੋਏ ਕਿ ਤੁਹਾਡੇ ਕਰਕੇ ਜਿਹੜੇ ਵਰਲਡ ਲੀਡਰਸ ਦੇ ਵਿੱਚ ਕਨਵਰਸੇਸ਼ਨਸ ਨੇ, ਜੋ ਉਹਨਾਂ ਦੀ ਗੱਲਬਾਤ ਹੈਗੀ, ਉਹਦੇ 'ਚ ਕੁਝ ਨੁਕਸਾਨ ਪਹੁੰਚ ਜਾਏ। ਕਿਉਂਕਿ ਇੱਕ ਇੰਟਰਪ੍ਰੀਟਰ ਅੱਛਾ ਇੰਟਰਪ੍ਰੀਟਰ ਹੋਏਗਾ ਤੇ ਤਾਂ ਹੀ ਉਹ ਵਰਲਡ ਲੀਡਰਸ ਦੀ ਜਾਂ ਕਿਸੇ ਵੀ ਲੀਡਰ ਦੀ ਗੱਲ ਨੂੰ ਦੂਜੇ ਲੀਡਰ ਤੱਕ ਅੱਛੀ ਤਰ੍ਹਾਂ ਪਹੁੰਚਾ ਸਕੇਗਾ। ਔਰ ਉਹਦੇ ਵਿੱਚ ਸਿਰਫ ਲੈਂਗੁਏਜ ਨਹੀਂ ਚਾਹੀਦੀ, ਉਹਦੇ 'ਚ ਉਹ ਜਿਹੜਾ ਵਰਲਡ ਲੀਡਰ ਜਿਹਦੇ ਲਈ ਅਸੀਂ ਇੰਟਰਪ੍ਰੀਟ ਕਰ ਰਹੇ ਹਾਂ, ਉਹ ਕਿਸ ਇਮੋਸ਼ਨ ਦੇ ਨਾਲ, ਕਿਸ ਭਾਵਨਾ ਨਾਲ ਬੋਲ ਰਿਹਾ, ਕਿਸ ਪੈਸ਼ਨ ਦੇ ਨਾਲ ਬੋਲ ਰਿਹਾ, ਕਿਸ ਤਰ੍ਹਾਂ ਨਾਲ ਉਹਦੇ ਅੰਦਰ ਟੋਨ ਕੀ ਹੈਗੀ ਹੈ। ਕਈ ਵਾਰੀ ਉਹਦੇ 'ਚ ਕੋਈ ਹਾਸ ਦੀ ਗੱਲ ਹੁੰਦੀ ਹੈ, ਕੋਈ ਸਰਕੈਜ਼ਮ ਹੁੰਦਾ ਹੈ, ਕਈ ਵਾਰੀ ਕੋਈ ਮੈਟਾਫਰਸ ਯੂਜ਼ ਕੀਤੇ ਜਾਂਦੇ ਨੇ, ਉਹ ਸਾਰੇ ਤੁਹਾਨੂੰ ਉਹਦੇ 'ਚ ਪਿੱਛੇ ਜਾ ਕੇ ਸਮਝਣਾ ਪੈਂਦਾ ਹੈਗਾ ਕਿ ਉਹ ਕੀ ਕਹਿਣਾ ਕੀ ਚਾਹ ਰਿਹਾ ਹੈ। ਨੁਆਂਸਿਸ ਕਹਿੰਦੇ ਨੇ ਜਿਸ ਨੂੰ, ਕਿ ਤੁਹਾਨੂੰ ਉਹਦੀ ਨੁਆਂਸ ਸਮਝ ਆਉਣੀ ਚਾਹੀਦੀ ਕਿ ਕੀ ਕਹਿ ਰਿਹਾ ਹੈ। ਜੇ ਮੈਂ ਵਰਡ ਫॉर ਵਰਡ ਇੰਟਰਪ੍ਰੀਟ ਕਰ ਦਿੱਤਾ ਤੇ ਉਹਦੇ ਨਾਲ ਮਕਸਦ ਪੂਰਾ ਨਹੀਂ ਹੋਏਗਾ। ਸੋ ਇਹਦੇ 'ਚ ਕਾਫੀ ਟ੍ਰੇਨਿੰਗ, ਬਹੁਤ ਟ੍ਰੇਨਿੰਗ ਚਾਹੀਦੀ ਹੈਗੀ, ਸਪੈਸ਼ਲੀ ਡਿਪਲੋਮੈਟਿਕ ਲੈਵਲ ਤੇ ਆਉਣ ਦੀ। ਯਾਨੀ ਕਿ ਸਿਰਫ ਲੈਂਗੁਏਜ ਦੀ ਟ੍ਰੇਨਿੰਗ ਨਹੀਂ, ਤੁਹਾਨੂੰ ਜਿਹੜੀ ਮਤਲਬ ਜੀਓ ਪੋਲਿਟਿਕਸ ਹੈ ਉਹਦੀ ਸਮਝ ਵੀ ਹੋਣੀ ਚਾਹੀਦੀ ਹੈ। ਤੁਹਾਡਾ ਮੈਨੂੰ ਲੱਗਦਾ ਜਿਹੜਾ ਇੱਕ ਜਨਰਲ ਨੌਲੇਜ ਦਾ ਦਾਇਰਾ ਹੈ ਉਹ ਵੀ ਬਹੁਤ ਵਿਸ਼ਾਲ ਹੋਣਾ ਚਾਹੀਦਾ, ਆਈ ਥਿੰਕ, ਜੋ ਤੁਸੀਂ ਇੰਨੇ ਵਰਲਡ ਲੀਡਰਸ ਦੇ ਨਾਲ ਕੰਮ ਕਰ ਰਹੇ ਹੋ। ਬਿਲਕੁਲ ਬਿਲਕੁਲ, ਉਹ ਕਹਿੰਦੇ ਨੇ ਕਿ ਇੰਟਰਪ੍ਰੀਟਰਸ ਆਰ ਵਾਕਿੰਗ ਐਨਸਾਈਕਲੋਪੀਡੀਆਜ਼, ਵੀ ਚਲਦੇ ਫਿਰਦੇ ਐਨਸਾਈਕਲੋਪੀਡੀਆ ਹੈਗੇ ਨੇ ਜਿਨ੍ਹਾਂ ਨੂੰ ਸਭ ਚੀਜ਼ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈਗਾ। ਔਰ ਨਾ ਕਿ ਸਿਰਫ ਮੈਂ ਇੱਕ ਵਾਰੀ ਪੜ੍ਹ ਲਿਆ ਮੈਨੂੰ ਆ ਗਿਆ, ਮੈਨੂੰ ਅੱਗੇ ਅੱਜ ਕੀ ਹੋ ਰਿਹਾ, ਕੱਲ ਕੀ ਹੋਣਾ ਹੈ, ਹਰ ਰੋਜ਼ ਤੁਹਾਨੂੰ ਮਤਲਬ ਵਰਲਡ ਪੋਲਿਟਿਕਸ ਬਾਰੇ ਹੋਰ ਬਾਕੀ ਚੀਜ਼ਾਂ ਦੇ ਬਾਰੇ 'ਚ ਕੀ ਹੋ ਰਿਹਾ ਹੈਗਾ, ਸਭ ਬਾਰੇ, ਕਿਉਂਕਿ ਅੱਜ ਸਾਨੂੰ ਪਤਾ ਨਹੀਂ ਹੈ ਕਿ ਕੱਲ ਮੇਰੀ ਅਸਾਈਨਮੈਂਟ ਕਿੱਥੇ ਹੋਣ ਵਾਲੀ ਹੈ। ਅੱਜ ਮੈਂ ਹੋ ਸਕਦਾ ਪ੍ਰੈਜ਼ੀਡੈਂਟ ਨਾਲ ਕੱਲ ਕੰਮ ਕਰ ਰਹੀ ਹਾਂ, ਕੱਲ ਮੈਨੂੰ ਕਲਾਈਮੇਟ ਚੇਂਜ ਉੱਤੇ ਕੋਈ ਅਸਾਈਨਮੈਂਟ ਆ ਜਾਏ, ਮੈਨੂੰ ਉੱਥੇ ਜਾਣਾ ਪੈ ਜਾਏ। ਪਰਸੋਂ ਮੈਨੂੰ ਹੋ ਸਕਦਾ ਕਿਸੇ ਹੋਰ ਡਿਪਲੋਮੈਸੀ ਦੇ ਉੱਤੇ ਆ ਜਾਏ, ਜਾਂ ਹੁਣ ਇਰਾਕ ਵਾਕ ਹੋ ਰਹੀ ਹੈ ਉਸਦੇ ਬਾਰੇ ਕੁਛ ਆ ਜਾਏ। ਸੋ ਕਹਿ ਨਹੀਂ ਸਕਦੇ ਕਿ ਤੁਹਾਨੂੰ ਕਦੋਂ ਕਿਹੜੀ ਕਾਲ ਆ ਜਾਏ, ਔਰ ਕਈ ਵਾਰੀ ਫਾਰਮਲ ਸੈਟਿੰਗਸ ਵਿੱਚ ਹੁੰਦਾ ਹੈ। ਜੀ, ਔਰ ਗੁਰਦੀਪ ਜੀ, ਮੈਂ ਸੋਚ ਰਹੀ ਸੀ ਕਿ ਜਿੱਦਾਂ ਇੰਟਰਪ੍ਰੀਟਰ ਹੈ, ਇੱਕ ਮਤਲਬ ਬੰਦੇ ਦੀ ਤੁਸੀਂ ਗੱਲ ਸੁਣ ਕੇ, ਉਸਦਾ ਬਿਆਨ ਸੁਣ ਕੇ ਉਹਨੂੰ ਨਾਲ ਦੀ ਨਾਲ ਤੁਸੀਂ ਇੰਟਰਪ੍ਰੀਟ ਕਰਨਾ ਹੈ, ਉਹਦੇ 'ਚ ਬਹੁਤ ਜ਼ਿਆਦਾ ਕਨਸੈਂਟਰੇਸ਼ਨ ਦੀ ਲੋੜ ਹੁੰਦੀ ਹੋਏਗੀ। ਤੇ ਕਦੇ ਮਤਲਬ ਕਦੇ ਤੁਹਾਡੇ ਨਾਲ ਇੱਦਾਂ ਹੋਇਆ ਕਿ ਕਈ ਵਾਰੀ ਮਤਲਬ ਕੁਝ ਸਕਿਪ ਕਰ ਗਏ ਹੋਵੋ, ਇੱਦਾਂ ਤਾਂ ਨਹੀਂ ਕਦੇ ਕੁਝ ਹੋਇਆ? ਐਕਸਪੀਰੀਅੰਸ ਤੁਹਾਡਾ 30 ਸਾਲ ਦਾ। ਜੀ, ਅਗਰ ਅਸੀਂ ਸਕਿਪ ਕਰ ਦਈਏ ਤੇ ਬਹੁਤ, ਕਹਿੰਦੇ ਨੇ, ਇਟ ਕੈਨ ਲੀਡ ਟੂ ਅ ਥਰਡ ਵਰਲਡ ਵਾਰ, ਤੀਜੀ ਵਿਸ਼ਵ ਯੁੱਧ ਹੋ ਜਾਏਗਾ, ਬਹੁਤ ਵੱਡਾ ਬਲੰਡਰ ਹੋ ਜਾਏਗਾ। ਸੋ ਤੁਸੀਂ ਉਹਨਾ ਅਫੋਰਡ ਨਹੀਂ ਕਰ ਸਕਦੇ ਹੈਗੇ, ਭਾਵੇਂ ਘਰ 'ਚ ਕਿੰਨੀ ਵੀ ਮੁਸ਼ਕਿਲਾਂ ਚੱਲ ਰਹੀਆਂ ਹੋਣ, ਤੁਹਾਡੀ ਲਾਈਫ ਵਿੱਚ ਕੁਝ ਮੁਸ਼ਕਿਲਾਂ ਚੱਲ ਰਹੀਆਂ ਹੋਣ, ਹੁੰਦਾ ਹਰ ਇਨਸਾਨ ਦੀ ਲਾਈਫ ਵਿੱਚ ਪ੍ਰੋਬਲਮਸ ਆਉਂਦੀਆਂ ਨੇ, ਰਾਈਟ। ਮਗਰ ਅਗਰ ਤੁਸੀਂ ਪ੍ਰੈਜ਼ੀਡੈਂਟ ਨਾਲ ਬੈਠੇ ਹੋ, ਪ੍ਰਾਈਮ ਮਿਨਿਸਟਰ ਨਾਲ ਬੈਠੇ ਇੰਟਰਪ੍ਰੀਟ ਕਰ ਰਹੇ ਹੋ, ਤੇ ਤੁਹਾਨੂੰ ਸਾਰੀ ਚਿੰਤਾਵਾਂ, ਸਾਰੇ ਜਿਹੜੇ ਟੈਨਸ਼ਨ ਜੋ ਵੀ ਹੈਗੇ ਨੇ ਉਹ ਪਿੱਛੇ ਛੱਡ ਕੇ ਆਉਣੇ ਪੈਂਦੇ ਨੇ। ਮੇਰੇ ਨਾਲ ਆਪਣੇ ਨਾਲ ਇਸ ਤਰ੍ਹਾਂ ਹੋਇਆ ਸੀ, ਜਦੋਂ ਸਭ ਤੋਂ ਵੱਡੀ ਮੇਰੀ ਪਹਿਲੀ ਅਸਾਈਨਮੈਂਟ 2015 ਵਿੱਚ ਹੋਈ ਸੀ, ਜਨਵਰੀ ਵਿੱਚ, ਜਦੋਂ ਓਬਾਮਾ ਇੱਥੇ ਆਏ ਸੀ ਰਿਪਬਲਿਕ ਡੇ ਤੇ। ਮੇਰੇ ਫਾਦਰ ਦੀ ਡੈਥ ਹੋਈ ਸੀ ਉਹਨਾਂ ਦਿਨਾਂ ਵਿੱਚ, ਜਨਵਰੀ 2 ਮੇਰੇ ਫਾਦਰ ਦੀ ਡੈਥ ਹੋਈ। I mean, I was going through so much, you know, so 15 ਦਿਨ ਪਹਿਲੇ ਤੋਂ ਮੈਂ ICU ਵਿੱਚ ਨਾਲ ਬੈਠੀ ਹੋਈ ਸੀ। ਔਰ ਜਨਵਰੀ 26 ਨੂੰ ਓਬਾਮਾ ਨੇ ਇੱਥੇ ਆਉਣਾ ਸੀ, ਉਸ ਤੋਂ ਪਹਿਲੇ ਜਨਵਰੀ 8 ਨੂੰ ਕੈਰੀ ਨੇ ਆਉਣਾ ਸੀ। ਕੈਰੀ ਵਾਸ ਦਾ ਡਿਪਾਰਟਮੈਂਟ ਆਫ ਸਟੇਟ ਸੈਕਟਰੀ, ਸਾਡੇ ਜਿਵੇਂ ਫੋਰਨ ਮਿਨਿਸਟਰ ਨੇ। ਤੇ ਤੁਸੀਂ ਉਹਨਾਂ ਸਾਰੇ ਇੰਪੋਰਟੈਂਟ ਅਸਾਈਨਮੈਂਟਸ 'ਤੇ ਜਾ ਰਹੇ ਹੋ, ਔਰ ਤੁਹਾਡੇ ਦਿਮਾਗ ਦੇ ਪਿੱਛੇ ਚੱਲ ਰਿਹਾ ਕਿ ਮੇਰੇ ਫਾਦਰ ਦੀ ਹੁਣੇ ਡੈਥ ਹੋਈ ਹੈ, ਉਹਨਾਂ ਨੇ ਕੀ ਕਿਹਾ, ਆਪਣੇ ਲਾਸਟ ਵਰਡਸ ਕੀ ਸੀ, ਕਿਸ ਤਰ੍ਹਾਂ ਉਹਨਾਂ ਨੇ ਕਿੰਨੀ ਜਦੋਜਹਿਦ ਕੀਤੀ ਹੈ ਜ਼ਿੰਦਗੀ ਦੇ ਵਿੱਚ। ਸੋ ਬਹੁਤ ਕੁਛ ਚੱਲ ਰਿਹਾ ਹੁੰਦਾ, ਮਗਰ ਜਦੋਂ ਤੁਸੀਂ ਇੰਟਰਪ੍ਰੀਟ ਕਰਨ ਬੈਠਦੇ ਹੋ, ਉਸ ਟਾਈਮ ਤੁਸੀਂ ਆਪਣੇ ਆਪ ਨੂੰ ਟੋਟਲੀ ਆਪਣੇ ਆਪ ਨੂੰ ਵੱਖਰਾ ਕਰਨਾ ਪੈਂਦਾ ਹੈ। ਤੁਸੀਂ ਗੁਰਦੀਪ ਕੌਰ ਚਾਵਲਾ ਨਹੀਂ ਹੋ ਉਸ ਟਾਈਮ 'ਤੇ,
ਤੁਸੀਂ ਉਹ ਇੰਟਰਪ੍ਰੀਟਰ ਨਹੀਂ ਹੋ, ਤੁਸੀਂ ਉਸ ਟਾਈਮ ਤੇ ਸਿਰਫ ਉਸ ਵਰਲਡ ਲੀਡਰ ਦੀ ਆਵਾਜ਼ ਹੋ। ਹੁਣ ਲੋਕਾਂ ਨੇ ਤੇ ਓਬਾਮਾ ਦੀ ਆਵਾਜ਼ ਨੂੰ ਸੁਣਨਾ ਹੈਗਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਜਾਂ ਉਹਨਾਂ ਨੂੰ ਪਤਾ ਵੀ ਨਹੀਂ ਕਰਨਾ ਹੈਗਾ ਕਿ ਗੁਰਦੀਪ ਕੌਰ ਚਾਵਲਾ ਦੀ ਲਾਈਫ ਵਿੱਚ ਕੀ ਹੋ ਰਿਹਾ ਉਸ ਟਾਈਮ ਤੇ, ਰਾਈਟ। ਬਿਲਕੁਲ। ਸੋ ਆਪਣੇ ਆਪ ਨੂੰ ਟੋਟਲੀ ਸੈਪਰੇਟ ਕਰਕੇ ਆਪਣੇ ਆਪ ਨੂੰ ਤੁਸੀਂ ਲੀਡਰ ਦੀ, ਤੁਸੀਂ ਅਮਰੀਕਾ ਦੀ ਆਵਾਜ਼ ਹੋ ਉਸ ਟਾਈਮ ਤੇ, ਰਾਈਟ। ਵਰਲਡ ਲੀਡਰ ਦੀ ਵੀ ਨਹੀਂ, ਤੁਸੀਂ ਅਮਰੀਕਾ ਦੀ ਆਵਾਜ਼ ਹੋ ਕਿ ਅਮਰੀਕਾ ਕੀ ਸੋਚਦਾ ਵਰਲਡ ਪੋਲਿਟਿਕਸ ਦੇ ਬਾਰੇ ਜਾਂ ਇਸ਼ੂਜ਼ ਦੇ ਬਾਰੇ ਕੀ ਸੋਚ ਰਿਹਾ ਹੈਗਾ, ਓਬਾਮਾ ਦੀ ਆਵਾਜ਼ ਹੈਗੀ ਹੈ, ਰਾਈਟ। ਸੋ ਤੁਸੀਂ ਉਸ ਟਾਈਮ ਉਹਦੀ ਆਲਟਰ ਈਗੋ ਬਣ ਕੇ ਜਾਂਦੇ ਹੋ। ਆਪਣੀ ਸਾਰੀ ਪਰੇਸ਼ਾਨੀਆਂ, ਆਪਣੇ ਸਾਰੇ ਟੈਨਸ਼ਨਸ, ਜਿੰਨੇ ਵੀ ਤਣਾਅ ਹੈਗੇ ਨੇ, ਸਾਰੇ ਸਾਈਡ ਤੇ ਰੱਖਣੇ ਪੈਂਦੇ ਨੇ। ਬਸ ਇੱਕ ਛੋਟੀ ਜਿਹੀ ਅਰਦਾਸ ਕਰਦੀ ਹੈ ਮਨ ਵਿੱਚ, ਔਰ ਠੀਕ ਹੈ, ਸਭ ਠੀਕ ਹੋ ਜਾਏਗਾ ਕਹਿ ਕੇ ਅੱਗੇ ਚਲੀ ਜਾਏ। ਬਿਲਕੁਲ ਬਿਲਕੁਲ ਗੁਰਦੀਪ ਜੀ, ਸਲੂਟ ਕਰਦੇ ਹਾਂ ਅਸੀਂ ਤੁਹਾਡੀ ਜੌਬ ਨੂੰ। ਤੇ ਇੱਕ ਹੋਰ ਮੇਰੇ ਮਨ 'ਚ ਸੋਹਣੇ ਸਵਾਲ ਆ ਰਿਹਾ ਕਿ ਤੁਸੀਂ ਇੰਨੇ ਸਾਰੇ ਟੌਪ ਲੀਡਰਸ ਦੇ ਨਾਲ ਕੰਮ ਕੀਤਾ ਹੈ, ਕਿਹਦੇ ਨਾਲ ਕੰਮ ਕਰਕੇ ਸਭ ਤੋਂ ਵੱਧ ਮਜ਼ਾ ਤੁਹਾਨੂੰ ਆਇਆ ਅੱਜ ਤੱਕ? ਇਸ ਸਵਾਲ ਦਾ ਜਵਾਬ ਮੈਂ ਜਾਣ ਸਕਦੀ ਹਾਂ? ਸਾਰੇ ਵਰਲਡ ਲੀਡਰਸ ਨਾਲ ਅੱਛਾ ਲੱਗਦਾ ਹੈਗਾ, ਐਸਾ ਕੁਝ ਨਹੀਂ ਹੈਗਾ ਕਿ ਇੱਕ ਨਾਲ ਕੋਈ ਖਾਸ ਲੱਗਾ ਹੈਗਾ, ਬਿਕੋਜ਼ ਦੇ ਆਲ ਰਿਸਪੈਕਟ। ਦੇਖਿਆ ਜਾਏ ਤੇ ਸਾਰੇ ਵਰਲਡ ਲੀਡਰਸ ਭਾਵੇਂ ਦੁਨੀਆ 'ਚ ਤੁਹਾਨੂੰ ਕਿੰਨੇ ਵੀ ਪਾਵਰਫੁਲ ਲੱਗਦੇ ਹੋ, ਪਾਵਰਫੁਲ ਹੈਗੇ ਨੇ, ਸਾਰੇ ਦੇ ਸਾਰੇ ਪਾਵਰਫੁਲ ਹੈਗੇ ਨੇ, ਮਗਰ ਜਦੋਂ ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ ਤੇ ਸਾਨੂੰ ਬਹੁਤ ਇੱਜ਼ਤ ਦੇ ਨਾਲ ਉਹ ਪੇਸ਼ ਆਉਂਦੇ ਨੇ, ਬਹੁਤ ਜ਼ਿਆਦਾ ਰਿਸਪੈਕਟ ਦੇ ਨਾਲ ਗੱਲ ਕਰਦੇ ਨੇ, ਔਰ ਕੰਮ ਨੂੰ ਐਕਨੋਲੇਜ ਵੀ ਕਰਦੇ ਨੇ, ਇਸ ਨੂੰ ਸਮਝਦੇ ਨੇ ਕਿ ਇਹਨਾਂ ਨੇ ਕੰਮ ਅੱਛਾ ਕੀਤਾ ਹੈਗਾ। ਇੰਟਰਪ੍ਰੀਟੇਸ਼ਨ ਦੇ ਬਾਅਦ ਕਈ ਵਾਰੀ ਸਾਨੂੰ ਉਹਦੇ ਬਾਅਦ ਸਾਡੀ ਕੰਮ ਦੀ ਤਾਰੀਫ ਕੀਤੀ ਜਾਂਦੀ ਹੈਗੀ ਹੈ, ਸਾਡੇ ਚੀਫ ਨੂੰ ਦੱਸਿਆ ਜਾਂਦਾ ਹੈ, ਸਾਨੂੰ ਕਈ ਵਾਰੀ ਇੰਟਰਪ੍ਰੀਟੇਸ਼ਨ ਤੋਂ ਇਲਾਵਾ ਤੁਹਾਡੇ ਨਾਲ ਇੰਟਰੈਕਸ਼ਨ ਹੁੰਦੀ ਹੈ? ਇੰਟਰੈਕਸ਼ਨ ਨਹੀਂ ਹੁੰਦੀ ਹੈ, ਮਗਰ ਇਸ ਤਰ੍ਹਾਂ ਕਿ ਗੁੱਡ ਜੌਬ, ਵੈਲ ਡਨ, ਜਾਂ ਪੈਟ ਔਨ ਦਾ ਸ਼ੋਲਡਰ ਕਾਈਂਡ ਆਫ ਥਿੰਗ, ਉਸ ਤਰ੍ਹਾਂ ਅੱਛਾ ਲੱਗਦਾ ਹੈ ਜਦ ਕੋਈ ਐਕਨੋਲੇਜ ਕਰੇ। ਜਾਂ ਸਾਡੇ ਆਫਿਸ ਵਿੱਚ ਸਾਡੇ ਜੋ ਚੀਫ ਹੈਗੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਇੰਟਰਪ੍ਰੀਟਰ ਨੇ ਬਹੁਤ ਵਧੀਆ ਕੰਮ ਕੀਤਾ ਹੈ, ਔਰ ਫੈਕਟ ਕਿ ਤੁਹਾਨੂੰ ਦੁਬਾਰਾ ਬੁਲਾਉਂਦੇ ਨੇ ਉਸੇ ਕੰਮ ਵਾਸਤੇ, ਉਹੀ ਆਪਣੇ ਆਪ ਵਿੱਚ ਇੱਕ ਤਾਰੀਫ ਹੈਗੀ ਹੈ ਤੁਹਾਡੇ ਲਈ ਕਿ ਤੁਹਾਡਾ ਕੰਮ ਅੱਛਾ ਲੱਗਿਆ, ਤਾਂ ਹੀ ਤੁਸੀਂ ਨੈਕਸਟ ਟਾਈਮ ਫਿਰ ਤੁਹਾਨੂੰ ਬੁਲਾਇਆ ਜਾਂਦਾ ਹੈਗਾ, ਜਾਂ ਉਸ ਤੋਂ ਬਾਅਦ ਅਗਲੇ ਜੋ ਵਰਲਡ ਲੀਡਰ ਆਉਂਦੇ ਨੇ ਉਹ ਤੁਹਾਨੂੰ ਬੁਲਾਉਂਦੇ ਹੈਗੇ ਨੇ, ਰਾਈਟ। ਸੋ ਉਹ ਤੁਹਾਡੇ ਕੰਮ ਦੇ ਵਾਸਤੇ ਹੀ ਹੈਗੇ, ਤੁਸੀਂ ਕੰਮ ਨੂੰ, ਵਰਕ ਇਜ਼ ਵਰਸ਼ਿਪ, ਅਗਰ ਤੁਸੀਂ ਕੰਮ ਨੂੰ ਹੀ ਆਪਣੀ ਸਾਧਨਾ ਸਮਝ ਲਓ ਤੇ ਤੁਸੀਂ ਸਫਲ ਹੋਵੋਗੇ। ਬਿਲਕੁਲ। ਤਾਂ ਤੁਸੀਂ ਕਿਹਾ ਸੀ ਕਿ ਹਰ ਇੱਕ ਇੰਟਰਪ੍ਰੀਟਰ ਦਾ ਇੱਕ ਮਤਲਬ ਸੁਪਨਾ ਹੁੰਦਾ ਹੈ UN ਦੇ ਵਿੱਚ ਕੰਮ ਕਰਨ ਦਾ, ਯੂਨਾਈਟਿਡ ਨੇਸ਼ਨਸ ਦੇ ਵਿੱਚ ਕੰਮ ਕਰਨ ਦਾ। ਤੁਸੀਂ ਉੱਥੇ ਵੀ ਜਾ ਆਏ ਹੋ 2014 ਦੇ ਵਿੱਚ, ਤੇ ਹੁਣ ਤੁਹਾਡਾ ਇਸ ਟਾਈਮ ਮਤਲਬ ਕੀ ਹੈਗਾ, ਕਿੱਥੇ ਤੁਸੀਂ ਹੋਰ ਪਹੁੰਚਣਾ ਚਾਹੁੰਦੇ ਹੋ? ਕੋਈ ਮਨ ਦੇ ਵਿੱਚ ਹਾਲੇ ਰਹਿ ਗਈ ਹੈ ਕੋਈ ਇੱਛਾ? ਨਹੀਂ, ਐਸਾ ਮਨ ਵਿੱਚ ਚਾਹ ਤਾਂ ਹਮੇਸ਼ਾ ਰਹਿੰਦੀ ਹੈ। ਬਾਕੀ ਮੈਂ 2014 ਤੋਂ ਇਲਾਵਾ ਆਈ ਥਿੰਕ 2018 ਵਿੱਚ, 17-18 ਵਿੱਚ ਦੁਬਾਰਾ ਯੂਨਾਈਟਿਡ ਨੇਸ਼ਨਸ ਵਿੱਚ ਸਾਡੇ ਜੋ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਸੀ ਸੁਸ਼ਮਾ ਸਵਰਾਜ, ਉਹਨਾਂ ਲਈ ਵੀ ਮੈਂ ਇੰਟਰਪ੍ਰੀਟ ਕੀਤਾ ਸੀ। ਉਸ ਟਾਈਮ ਤੇ ਪ੍ਰਾਈਮ ਮਿਨਿਸਟਰ ਮੋਦੀ ਨਹੀਂ ਸੀਗੇ, ਤੇ ਕਈ ਵਾਰੀ ਮੋਦੀ ਜੀ ਜਾਂਦੇ ਨੇ, ਕਈ ਵਾਰੀ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਜਾਂਦੇ ਨੇ, ਤੇ ਉਹਨਾਂ ਨੇ ਮੈਨੂੰ ਆਪ ਪਰਸਨਲੀ ਉਹਨਾਂ ਦੇ ਆਫਿਸ ਤੋਂ ਫੋਨ ਆਇਆ ਸੀ ਕਿ ਭਈ ਮੈਡਮ ਚਾਹੁੰਦੇ ਨੇ ਕਿ ਤੁਸੀਂ ਇੰਟਰਪ੍ਰੀਟ ਕਰੋ। ਹੋਰ ਉਹਨਾਂ ਨੇ ਮੇਰੇ ਨਾਲ ਪਹਿਲਾਂ ਮਿਲ ਕੇ ਵੀ ਗੱਲ ਕੀਤੀ ਸੀ, ਔਰ ਇਹ ਕਿਹਾ ਸੀ ਕਿ ਤੁਸੀਂ, ਮੈਂ ਕਿਸੇ ਨੂੰ ਵੀ ਹੋਰ ਚੁਣ ਸਕਦੀ ਸੀ ਇਸ ਕੰਮ ਲਈ, ਪਰ ਮੈਂ ਤੁਹਾਨੂੰ ਇਸ ਲਈ ਚੁਣਿਆ ਬਿਕੋਜ਼ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਇਮੋਸ਼ਨਸ ਨੂੰ ਐਕਸਪ੍ਰੈਸ ਕਰ ਸਕਦੇ ਹੋ। ਕਿਆ ਬਾਤ। ਜਦੋਂ ਇੰਡੀਆ ਦੇ ਲੀਡਰਸ ਬੋਲਦੇ ਨੇ ਨਾ, ਤੇ ਉਹ ਬਹੁਤ ਇਮੋਸ਼ਨ ਨਾਲ ਗੱਲ ਕਰਦੇ ਨੇ, ਚਾਹੇ ਮੋਦੀ ਜੀ ਹੋਣ ਤੇ ਭਾਵੇਂ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਹੋਣ, ਬਹੁਤ ਜ਼ਿਆਦਾ। ਔਰ ਤੁਹਾਨੂੰ ਪਤਾ ਹੈ ਦੋ ਦੇਸ਼ਾਂ ਦੇ ਜੋ ਤਣਾਅ ਚੱਲ ਰਿਹਾ 2 ਸਾਲਾਂ ਤੋਂ, ਉਸ ਨੂੰ ਲੈ ਕੇ ਵੀ ਬੜੀ ਗੱਲਾਂ ਹੁੰਦੀਆਂ ਨੇ। ਸੋ ਉਸਦੇ ਬਾਰੇ ਕਾਫੀ ਉਹਨਾਂ 'ਚ ਇਮੋਸ਼ਨ ਹੁੰਦਾ ਹੈਗਾ ਕਿ ਕਿਸ ਤਰ੍ਹਾਂ ਨਾਲ ਲੜਾਈਆਂ ਹੋਈਆਂ ਨੇ, ਕੀ ਅਸੀਂ ਉਸ ਨੂੰ ਪਾਇਆ ਹੈਗਾ, ਕੀ ਕੀਤਾ ਹੈਗਾ, ਕੀ ਸਾਡੀ ਇੰਡੀਆ ਦਾ ਕੀ ਰੁਖ ਹੈਗਾ, ਵੀ ਬਹੁਤ ਕੁਛ ਇਸ ਤਰ੍ਹਾਂ ਬਹੁਤ ਹੈਵੀਲੀ ਉਹਦੇ 'ਚ ਇਮੋਸ਼ਨਸ ਦਾ ਰੋਲ ਹੁੰਦਾ ਹੈਗਾ ਜੀ। ਤੇ ਇਸ ਤੋਂ ਇਲਾਵਾ ਫਿਰ ਮੈਂ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਕਾਫੀ ਕੰਮ ਕੀਤਾ ਹੈਗਾ, ਜਦੋਂ ਹੁਣ ਸਪੈਸ਼ਲੀ ਕਰੋਨਾ ਹੋਇਆ ਤੇ ਹਰ ਰੋਜ਼ ਨਵੀਂ ਟਰਮੀਨੋਲੋਜੀ ਆ ਰਹੀ ਸੀ, ਤੇ ਬਹੁਤ ਵੱਡਾ ਉਹਦੇ ਵਿੱਚ ਚੈਲੰਜ ਸੀ ਕਿ ਉਸ ਤਰ੍ਹਾਂ ਦੀ ਟਰਮੀਨੋਲੋਜੀ ਨੂੰ, ਜੋ ਅਸੀਂ ਕਦੇ ਪਹਿਲਾਂ ਸੁਣੀ ਵੀ ਨਹੀਂ ਸੀ, ਕਰੋਨਾ ਵਾਇਰਸ ਦੇ ਬਾਰੇ, ਉਹਦੇ ਵਾਇਰਸਿਸ ਦੇ ਬਾਰੇ, ਕੀ ਵੈਕਸੀਨਸ ਆ ਰਹੀਆਂ ਨੇ, ਕੀ ਕੰਬੀਨੇਸ਼ਨਸ ਨੇ, ਕੀ ਹੋ ਰਿਹਾ ਹੈਗਾ। ਸੋ ਨਵੀਂ ਚੀਜ਼ਾਂ ਰੋਜ਼ ਆਉਂਦੀਆਂ ਸੀ, ਸਾਨੂੰ ਕਾਫੀ ਰਾਤ ਬਹਿ ਕੇ ਪੜ੍ਹਨਾ ਪੈਂਦਾ ਸੀ ਪਹਿਲੇ, ਔਰ ਸਵੇਰੇ ਫਿਰ ਪ੍ਰੈਸ ਕਾਨਫਰੰਸ ਵਿੱਚ ਇੰਟਰਪ੍ਰੀਟ ਕੀਤਾ ਜਾਂਦਾ ਸੀ ਜੀ। ਇਸ ਤੋਂ ਇਲਾਵਾ ਇਸ ਸਾਰੇ ਵੱਡੇ ਜਿੰਨੇ ਸਮਿਟਸ ਹੋਏ ਨੇ, G20 ਹੋਇਆ, G7 ਹੋਇਆ, ਆਸੀਆਨ ਹੋਇਆ, ਕਲਾਈਮੇਟ ਚੇਂਜ ਹੋਇਆ, COP26, 27 ਜਿਵੇਂ ਹਰ ਸਾਲ ਹੁੰਦੇ ਨੇ। ਸੋ ਉਹਨਾਂ ਦੇ ਜਿੰਨੇ ਵੀ ਮਤਲਬ ਬੇਸਿਕਲੀ ਵੱਡੇ ਪੱਧਰ ਦੇ ਕਾਨਫਰੰਸਿਸ, ਮੀਟਿੰਗਸ ਹੈਗੀਆਂ ਨੇ, ਬਾਇਲੈਟਰਲ ਟਾਕਸ ਹੈਗੀਆਂ ਨੇ, ਕੁਆਡ ਮੀਟਿੰਗ ਹੁੰਦੀ ਹੈਗੀ ਹੈ, 2+2 ਡਾਇਲੌਗ ਹੁੰਦਾ ਹੈ ਕੁਝ ਕੰਟਰੀਜ਼ ਦੇ ਵਿੱਚ, ਉਹਨਾਂ ਸਾਰਿਆਂ 'ਤੇ ਇੰਟਰਪ੍ਰੀਟੇਸ਼ਨ ਮੈਂ ਕੀਤੀ ਹੈਗੀ ਹੈ। ਮਗਰ ਅੱਛਾ ਲੱਗਦਾ ਹੈ ਕੰਮ ਕਰਦਿਆਂ ਹੋਇਆ। ਔਰ ਹੁਣ ਹੈ ਕਿ ਇਹ ਸਭ ਦੇ ਬਾਰੇ ਸਭ ਲੀਡਰਸ ਨਾਲ ਕੰਮ ਕਰਕੇ ਪਤਾ ਵੀ ਚੱਲ ਗਿਆ ਹੈ ਕਿ ਕੀ ਐਕਸਪੈਕਟੇਸ਼ਨ ਲੈਵਲ ਹੁੰਦਾ ਹੈ, ਕਿਸ ਤਰ੍ਹਾਂ ਦੀ ਟਰਮੀਨੋਲੋਜੀ ਯੂਜ਼ ਕਰਦੇ ਨੇ, ਤਾਂ ਇੱਕ ਥੋੜਾ ਅੱਛਾ ਲੱਗਦਾ ਉਹ ਕੰਮ ਕਰਕੇ ਵੀ। ਤੇ ਮਤਲਬ ਮੈਨੂੰ ਅੱਗੇ ਇਹੀ ਹੈ ਕਿ ਅਗਲੀ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਉਹਨਾਂ ਨੂੰ ਥੋੜਾ ਅਗਰ ਟ੍ਰੇਨਿੰਗ ਮਿਲ ਸਕੇ, ਤੇ ਮੈਂ ਉਹਨਾਂ ਨੂੰ ਵੀ ਥੋੜੀ ਹੈਲਪ ਕਰਨਾ ਚਾਹੁੰਦੀ ਹਾਂ। ਕਈ ਲੋਕਾਂ ਨੇ ਮੈਨੂੰ ਕੰਟੈਕਟ ਕੀਤਾ ਹੈਗਾ, ਐਂਡ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਤੱਕ ਹੋ ਸਕੇ ਥੋੜਾ ਉਹਨਾਂ ਨੂੰ ਗਾਈਡੈਂਸ ਦੇ ਸਕਾਂ ਜੀ, ਤਾਂ ਕਿ ਅਗਲੀ ਪੀੜ੍ਹੀ ਵਿੱਚ ਟ੍ਰੇਨਿੰਗ ਵੀ ਕਰਦੇ ਹੋ ਜੀ। ਮੈਂ ਫਾਰਮਲ ਟ੍ਰੇਨਿੰਗ ਨਹੀਂ ਹਾਲੇ ਤੱਕ ਕੀਤੀ ਹੈ, ਬਿਕੋਜ਼ ਮੈਂ ਕੰਮ ਵਿੱਚ ਇੰਨਾ ਬਿਜ਼ੀ ਹੋ ਜਾਂਦੀ ਹਾਂ ਕਿ ਫਾਰਮਲ ਟ੍ਰੇਨਿੰਗ ਵਿੱਚ ਫਿਰ ਇੱਕ ਪੂਰਾ ਇੱਕ ਸਕੈਡਿਊਲ ਟਾਈਮ ਚਾਹੀਦਾ ਹੈਗਾ,
ਇੱਕ ਪੂਰਾ ਪਲਾਨ ਚਾਹੀਦਾ ਹੈਗਾ। ਉਹ ਤੇ ਅਗਰ ਮੈਂ ਰਿਟਾਇਰ ਹੋਵਾਂ ਕਦੀ ਤਾਂ ਹੀ ਕਰ ਸਕਦੀ ਹਾਂ, ਬਟ ਅਦਰਵਾਈਜ਼ ਮੇਰਾ ਟਰੈਵਲ ਬਹੁਤ ਜ਼ਿਆਦਾ ਰਹਿੰਦਾ ਹੈਗਾ। ਜੀ ਤੇ ਪਰ ਜਿੰਨੀ ਮੇਰੇ ਕੋਲ ਹੋ ਸਕਦੀ ਹੈ ਮੈਂ ਉਹਨਾਂ ਨੂੰ ਇੰਨਾ ਦੱਸ ਸਕਦੀ ਹਾਂ ਕਿ ਮੈਂ ਨਹੀਂ ਚਾਹੁੰਦੀ ਕਿ ਇਹ ਸਾਰੀ ਨੌਲੇਜ ਗਿਆਨ ਜੋ ਮੈਂ ਜਿੰਨੀ ਮੈਂ ਐਕਸਪੀਰੀਅੰਸ ਗੈਦਰ ਕੀਤਾ ਹੈਗਾ ਖਤਮ ਹੋ ਜਾਏ ਮੇਰੇ ਨਾਲ ਹੀ। ਮੈਂ ਚਾਹੁੰਦੀ ਹਾਂ ਆਉਣ ਵਾਲੀ ਪੀੜ੍ਹੀ ਨੂੰ ਇਹਦਾ ਫਾਇਦਾ ਮਿਲੇ, ਤਾਂ ਕਿ ਕੱਲ੍ਹ ਨੂੰ ਹੋਰ ਕਈ ਲੋਕ ਇਸ ਤਰ੍ਹਾਂ ਦੇ ਸਾਡੇ ਇੰਡੀਆ ਤੋਂ, US ਤੋਂ, ਹੋਰ ਦੂਸਰੀ ਕੰਟਰੀਜ਼ ਤੋਂ ਆ ਕੇ ਇਸ ਕੰਮ ਨੂੰ ਸੰਭਾਲ ਸਕਣ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ। ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੇ ਹੁਣ ਸਾਡਾ ਪੋਡਕਾਸਟ ਸੁਣਦੇ ਹੋਏ ਕਿਸੇ ਦੇ ਮਨ 'ਚ ਆਵੇ ਕਿ ਤੁਹਾਡੇ ਨਾਲ ਤੁਹਾਡੇ ਨਾਲ ਕੰਟੈਕਟ ਕਰਨਾ ਹੈ, ਕਿੱਥੇ ਕਰ ਸਕਦੇ ਨੇ? ਕੁਛ ਆਪਾਂ ਉਹਨਾਂ ਨੂੰ ਤੁਹਾਡਾ ਦੇ ਸਕਦੇ ਹਾਂ, ਈਮੇਲ ID ਵਗੈਰਾ? ਮੇਰੀ ਆਪਣੀ ਵੈਬਸਾਈਟ ਹੈਗੀ ਹੈ www.indialanguageservices.com। ਜੀ ਉਸ 'ਤੇ ਮੇਰਾ ਕੰਟੈਕਟ ਹੈਗਾ, ਉਸ 'ਤੇ ਮੈਨੂੰ ਕੰਟੈਕਟ ਕਰ ਸਕਦੇ ਨੇ, ਮੈਨੂੰ ਮੈਸੇਜ ਭੇਜ ਸਕਦੇ ਨੇ, ਹੋਰ ਜਿੰਨੀ ਮੇਰੇ ਕੋਲ ਹੈਲਪ ਹੋ ਸਕੇਗੀ ਮੈਂ ਕਰ ਸਕਦੀ ਹਾਂ। ਬਟ ਅਗੇਨ ਮੈਂ ਇਸ ਤਰ੍ਹਾਂ ਕਹਿ ਰਹੀ ਹਾਂ ਕਿ ਮੈਂ ਪ੍ਰੋਪਰ ਟ੍ਰੇਨਿੰਗ ਨਹੀਂ ਦੇ ਸਕਦੀ ਹੈ ਨਾ, ਹਾਲੇ ਮੇਰੇ ਕੋਲ ਟਾਈਮ ਨਹੀਂ ਹੈਗਾ। ਬਟ ਜਿੰਨਾ ਮੈਂ ਉਹਨੂੰ ਲੀਡ ਕਰ ਸਕਦੀ ਕਿ ਕਿਸ ਤਰ੍ਹਾਂ ਉਹ ਸ਼ੁਰੂਆਤ ਕਰ ਸਕਦੇ ਨੇ, ਕਿੰਨਾ ਕੰਮ ਕਰ ਸਕਦੇ ਨੇ, ਉਹ ਕਰ ਸਕਦੇ। ਸੋ ਗੁਰਦੀਪ ਜੀ, ਇੱਕ ਮਨ 'ਚ ਮੇਰੇ ਹੋਰ ਸਵਾਲ ਆਇਆ ਸੀ ਕਿ ਇੰਟਰਪ੍ਰੇਟਰ ਹੈ ਜਿਹੜਾ ਉਹ ਫ੍ਰੀਲਾਂਸ ਕੰਮ ਕਰਦਾ ਹੈ ਕਿ ਜਾਂ ਬਾਉਂਡ ਹੁੰਦਾ ਹੈ? ਕੁਛ ਕਿਸ ਤਰ੍ਹਾਂ ਦਾ ਕੰਮ, ਮਤਲਬ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ? ਸੋ ਮੋਸਟਲੀ ਜਿਹੜੇ ਤੇ ਫ੍ਰੀਲੈਂਸ ਨੇ ਉਹ ਜਿਸ ਤਰ੍ਹਾਂ ਮੈਂ ਕਰ ਰਹੀ ਹੈਗੀ, ਸੋ ਮੈਂ ਹਰ ਕੰਟਰੀ ਦੇ ਲਈ ਕੰਮ ਕਰ ਸਕਦੀ ਹਾਂ, ਰਾਈਟ। ਠੀਕ ਹੈ। ਉਹ ਇੱਕ ਤਰੀਕਾ ਹੈਗਾ। ਸੋ ਉਹਦੇ 'ਚ ਤੁਹਾਨੂੰ ਕੋਈ ਵੀ ਕੰਟਰੀ ਤੋਂ ਬੁਲਾ ਸਕਦੇ ਆ, ਔਰ ਜੇ ਤੁਸੀਂ ਫੁੱਲ ਟਾਈਮ ਵੀ ਕਰ ਸਕਦੇ ਹੋ, ਹਰ ਇੱਕ ਫਿਰ ਤੁਸੀਂ ਗਵਰਨਮੈਂਟ ਦੇ ਲਈ ਕਰਦੇ ਹੋ ਪ੍ਰੋਪਰ। ਜਿਵੇਂ ਤੁਸੀਂ ਇੰਡੀਅਨ ਗਵਰਨਮੈਂਟ ਦੇ ਕਰ ਰਹੇ ਹੋ, ਤੁਸੀਂ ਸਿਰਫ ਇੰਡੀਅਨ ਗਵਰਨਮੈਂਟ ਲਈ ਕਰੋਗੇ। ਜੀ ਜੇ ਤੁਸੀਂ ਅਮਰੀਕਾ ਦੀ ਸਰਕਾਰ ਲਈ ਕਰੋ, ਤੁਸੀਂ ਸਿਰਫ ਅਮਰੀਕਾ ਦੀ ਸਰਕਾਰ ਲਈ ਕਰੋਗੇ। ਬਿਲਕੁਲ। ਉਹਨੂੰ ਕਹਿੰਦੇ ਨੇ ਇਨ ਹਾਊਸ ਇੰਟਰਪ੍ਰੀਟਰਸ। ਹਾਂ, ਜੀ ਇਨ ਹਾਊਸ ਇੰਟਰਪ੍ਰੀਟਰਸ। ਠੀਕ ਹੈ ਜੀ। ਤੇ ਉਹਦੇ 'ਚ ਫਿਰ ਤੁਸੀਂ, ਹਾਂਜੀ, ਫਿਰ ਉਹਦੇ 'ਚ ਮੁਸ਼ਕਿਲ ਹੁੰਦਾ ਹੈ ਛੁੱਟੀ ਮਿਲਣੀ ਨਾ ਮਿਲੇ, ਹੋਰ ਕਈ ਵਾਰੀ ਕੌਨਫਲਿਕਟਸ ਹੁੰਦੇ ਨੇ, ਸਭ ਕੁਛ ਹੁੰਦਾ ਹੈਗਾ। ਸੋ ਦੋਨੋਂ ਰਾਸਤੇ ਹੈਗੇ ਨੇ, ਫ੍ਰੀਲੈਂਸ ਜੀ ਵੀ ਹੈਗਾ, ਹੋਰ ਪ੍ਰੋਪਰ ਵੀ ਹੈਗਾ। ਮੈਂ ਕਰ ਸਕਦੀ ਸੀ ਫੁੱਲ ਟਾਈਮ ਕਰਨਾ ਚਾਹੁੰਦੀ ਤੇ, ਲੇਕਿਨ ਮੇਰਾ ਘਰ, ਮੇਰੀ ਫੈਮਿਲੀ ਸਭ ਕੈਲੀਫੋਰਨੀਆ ਵਿੱਚ ਹੈਗੇ ਨੇ, ਹੋਰ ਜੀ ਇੱਕ ਸਰਕਾਰੀ ਜਿਹੜਾ ਡਿਪਾਰਟਮੈਂਟ ਹੈਗਾ ਇਹ ਵਾਸ਼ਿੰਗਟਨ DC ਵਿੱਚ ਹੈਗਾ। ਉਹੀ ਮੈਂ ਸੋ ਪੁੱਛਣਾ ਮੈਂ ਚਾਹੁੰਦੀ ਜਿੰਨਾ ਸੀ ਕੰਮ ਕਿ ਕਰ ਤੁਸੀਂ ਸਕਦੀ ਹਾਂ। ਤੁਸੀਂ ਕਹਿ ਰਹੇ ਹਾਂਜੀ ਸੀ ਕਿ ਤੁਹਾਡਾ ਟਰੈਵਲ ਬਹੁਤ ਰਹਿੰਦਾ ਹੈ, ਕਾਫੀ ਰਹਿੰਦਾ ਹੈ। ਓਬਵੀਅਸਲੀ ਤੁਸੀਂ ਕਾਫੀ ਬਿਜ਼ੀ ਰਹਿੰਦੇ ਹੋਵੋਗੇ, ਤੇ ਫੈਮਿਲੀ ਦੇ ਨਾਲ ਤੇ ਕੰਮ ਦੇ ਨਾਲ ਕਿਵੇਂ ਬੈਲੈਂਸ ਅੱਛਾ ਰਹਿੰਦਾ ਤੁਹਾਡਾ? ਪੂਰਾ ਹਾਂਜੀ, ਸਪੋਰਟ ਹੈ? ਇੱਥੇ ਕਹਿੰਦੇ ਨਾ ਕਿ ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਕਿਹਾ ਜਾਂਦਾ ਕਿ behind every successful man is a woman, ਮੈਨੂੰ ਲੱਗਦਾ ਕਿ behind every successful woman is also there's a man, ਯਾ right? ਸੋ ਰਾਈਟ। ਮੇਰੇ ਹਸਬੈਂਡ ਦਾ ਕਾਫੀ ਜ਼ਿਆਦਾ ਸਪੋਰਟ ਰਿਹਾ ਹੈਗਾ, ਹੋਰ ਉਹਨਾਂ ਨੇ ਹਰ ਕਦਮ ਤੇ ਮੇਰੇ ਕਾਫੀ ਸਾਥ ਦਿੱਤਾ ਹੈਗਾ ਇਸ ਵਿੱਚ ਕਿ ਹਾਂ ਤੁਹਾਨੂੰ ਜੋ ਵੀ ਕਰਨਾ ਤੁਸੀਂ ਕਰੋ। ਤੇ ਬਾਕੀ ਸਾਨੂੰ ਫੈਮਿਲੀ ਦਾ ਵੀ ਸਪੋਰਟ ਹੈਗਾ ਸੀ, ਹੋਰ ਹੁਣ ਬੱਚੇ ਵੈਸੇ ਵੱਡੇ ਹੋ ਗਏ ਨੇ, ਸੋ ਗੁਰੂ ਦੀ ਮਿਹਰ ਨਾਲ ऐसा कुछ प्रॉब्लम आई नहीं। बट देर आर टाइम्स कभी कुछ लगता है कि मुश्किल होता है जाना, कोई बच्चा अगर बीमार हैगा, कुछ हैगा और तुहानू जाना पैंदा हैगा। ਜੀ सो दैट्स वेयर जब उस टाइम ते हुंदा है कि तुहाडे हस्बैंड जो नाल फैमिली हैगी तुहानू सपोर्ट दे ते तुसी थोड़ी चिंता मुक्त होकर जा सकते हो, राइट? ਜੀ। फिक्रमंद नहीं होएंगे उस टाइम ते। ਐਨੇ ਦਿਨੀ ਤੁਸੀਂ ਭਾਰਤ ਆਏ ਹੋਏ ਹੋ, ਇੰਡੀਆ ਦੇ ਦੌਰੇ ਤੇ ਹੋ, ਤੇ ਪਿਛਲੇ ਦਿਨੀ ਤੁਹਾਡੇ ਦਿੱਲੀ ਵਾਲੇ ਸਕੂਲ ਨੇ ਤੁਹਾਨੂੰ ਸਨਮਾਨਿਤ ਕੀਤਾ ਹੈਗਾ। ਅਸੀਂ ਵੀ ਉਹ ਕਵਰੇਜ ਕੀਤੀ ਸੀ, ਕਿਵੇਂ ਲੱਗਿਆ ਤੁਹਾਨੂੰ? बहुत ज़्यादा अच्छा लगा, बहुत ज़्यादा। मेरी मतलब मैंने उम्मीद नहीं सी कि इन्ना ज़्यादा मान मिलेगा मैनू, जी और मैनू अज भी नहीं पता कि मैं डिजर्व करती हाँ कि नहीं हो। बट बिल्कुल उन्होंने बहुत करते ज़्यादा हैं। मान सम्मान दिता मैनू, उन्होंने बुलाया। मतलब मैंने मेरी कॉलीग ने, मेरे को एलुमनाई है ने हरमीत शाह सिंह, उन्होंने किसी तरीके नाल पता लगा के और उन्होंने एक स्कूल नू कॉन्टैक्ट किया क्योंकि वो सेम स्कूल तो सी, हालांकि मेरे तो जूनियर ने, जी पर उन्होंने फोन स्कूल नाल कॉन्टैक्ट करके और मेरे लिए तो बहुत टोटल सरप्राइज ਸੀਗਾ। मैं तो सोचा ठीक है मिलन जाना हैगा कि बच्चे शायद होंगे स्कूल के स्टूडेंट्स कहते ਤੁਸੀਂ ਆਓ, ਉਹਨਾਂ ਨੂੰ ਬਹੁਤ ਇਨਸਪੀਰੇਸ਼ਨ ਮਿਲੇਗੀ। ਜੀ ਤੇ ਮੈਂ ਇਹ ਸੋਚ ਰਹੀ ਚਲੋ ਛਾ ਕੇ ਥੋੜੀ ਦੇਰ ਸ਼ਾਇਦ ਬੱਚਿਆਂ ਨੂੰ ਅਸੈਂਬਲੀ ਵਿੱਚ ਗੱਲ ਕਰਨੀ ਹੋਏਗੀ, ਪਰ ਟਾਈਮ ਲੇਟ ਸੀ, ਸੋ ਥੋੜਾ ਲੇਟ ਪਹੁੰਚੇ ਸੀ। ਤੇ ਲੇਕਿਨ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਸਵਾਗਤ ਕੀਤਾ, ਬਹੁਤ ਹੀ ਜ਼ਿਆਦਾ, ਮਤਲਬ ਮੇਰੇ ਕਲਪਨਾ ਤੋਂ ਬਾਹਰ ਸੀਗਾ ਦੇਖਣਾ ਸਮਝਣਾ ਕਿ ਇੰਨਾ ਕਿਸ ਤਰ੍ਹਾਂ, ਬਹੁਤ ਜ਼ਿਆਦਾ ਮਾਣ ਜੀ ਦਿੱਤਾ ਉਹਨਾਂ ਨੇ। ਜੀ ਜੀ, ਆਮ ਵੈਰੀ ਸਕੂਲ ਦਾ ਨਾਮ ਗ੍ਰੇਟਫੁਲ। ਲੈਣਾ ਚਾਹੋਗੇ ਤੁਸੀਂ? ਮੈਂ ਇੱਕਦਮ ਸਕਿਪ ਕਰ ਗਈ ਹਾਂ। ਜੀ ਜੀ, ਹਾਂਜੀ ਹਾਂਜੀ, ਸਕੂਲ ਦਾ ਨਾਮ ਹੈਗਾ ਗੁਰੂ ਨਾਨਕ ਪਬਲਿਕ ਸਕੂਲ, ਰਜੌਰੀ ਗਾਰਡਨ, ਉਹਨਾਂ ਦੀ ਜੀ ਬ੍ਰਾਂਚ ਜਿਹੜੀ ਜੀ ਹੈਗੀ ਆ ਗੁਰਦੀਪ ਜੀ। ਸਾਡੇ। ਹਾਂ ਜੀ, ਜੀ ਤੁਸੀਂ ਪਿੱਛੇ ਜੇ ਕਿਹਾ ਸੀ ਕਿ ਜਦੋਂ ਤੁਸੀਂ ਬਣਨਾ ਚਾਹੁੰਦੇ ਸੀ ਕਿ ਜਿਹੜੇ ਕਾਲਜ 'ਚ ਮੈਂ ਪੜ੍ਹੀ ਹਾਂ ਉਸੇ ਕਾਲਜ 'ਚ ਮੈਂ ਵਿੱਚ ਪੜ੍ਹਾਉਣ ਆਵਾਂ, ਉਸ ਤੋਂ ਬਾਅਦ ਕਦੇ ਉਸ ਕਾਲਜ 'ਚ ਜਾਣ ਦਾ ਵੀ ਮੌਕਾ ਮਿਲਿਆ? ਕਦੇ ਸਕੂਲ ਦੇ ਵਿੱਚ ਤਾਂ ਹੁਣ ਤੁਹਾਨੂੰ ਜੀ, ਇਨਵਾਈਟ ਕੀਤਾ ਸੀ। ਹਾਂਜੀ ਹਾਂਜੀ, ਮੇਰਾ ਮੌਕਾ ਬਣਿਆ ਇੱਕ ਵਾਰੀ ਮੈਂ ਗਈ ਹੈਗੀ ਹਾਂ ਵਿੱਚ, ਬਿਕੋਜ਼ ਜਦੋਂ ਵੀ ਆਉਣ ਦੀ ਪ੍ਰੋਬਲਮ ਇਹ ਹੁੰਦੀ ਕਿ ਸਾਡਾ ਕੰਮ ਬਹੁਤ ਮਤਲਬ ਤੇਜ਼ੀ ਨਾਲ, ਰਫਤਾਰ ਨਾਲ ਚੱਲਦਾ ਹੈਗਾ, ਜੀ ਔਰ ਜਿਸ ਤਰ੍ਹਾਂ ਅਸਾਈਨਮੈਂਟ ਕੰਮ ਹੋਈ ਖਤਮ ਹੋਈ ਤੇ ਮੋਸਟਲੀ ਸੀ ਡੈਲੀਗੇਸ਼ਨ ਦੇ ਨਾਲ ਹੀ ਵਾਪਸ ਚਲੇ ਜਾਂਦੇ ਹਾਂ। ਜੀ ਜੀ, ਤੇ ਇਹ ਮੈਂ ਟਾਈਮ ਨਹੀਂ ਹੁੰਦਾ, ਮੈਂ ਤੇ ਵੀ ਹਾਂਜੀ ਕਈ ਵਾਰੀ ਫੈਮਿਲੀ ਨੂੰ ਵੀ ਮਿਲਣ ਦਾ ਟਾਈਮ ਨਹੀਂ ਹੁੰਦਾ, ਤੇ ਸਕੂਲ ਔਰ ਕਾਲਜ ਜਾਣਾ ਤਾਂ ਬੜਾ ਮੁਸ਼ਕਿਲ ਹੁੰਦਾ ਹੈ। ਇਸ ਵਾਰੀ ਲੱਕੀਲੀ ਸੀ ਬਤਾਇਆ ਸਭ ਵਾਪਰਨਾ ਸੀ, ਇਹਨਾਂ ਨੇ ਗੁਰੂ ਨਾਨਕ ਪਬਲਿਕ ਸਕੂਲ ਨਾਲ ਸਭ ਨੂੰ ਮਿਲਣਾ ਸਾਡਾ ਲਿਖਿਆ ਹੋਇਆ ਸੀ। ਤੇ ਕੈਨੇਡਾ ਦੀ ਜਿਹੜੀ ਡੈਲੀਗੇਸ਼ਨ ਹੈਗੀ ਹੈ, ਇਹਨਾਂ ਨੇ ਦੂਸਰੀ ਕੰਟਰੀਜ਼ ਚਲੀ ਹੋਰ ਜਾਣਾ ਸੀ, ਸਿੱਧੇ ਕੈਨੇਡਾ ਵਾਪਸ ਨਹੀਂ ਸੀ ਜਾ ਰਹੇ। ਸੋ 2 ਕੰਟਰੀਜ਼ ਹੋਰ ਉਹਨਾਂ ਨੇ ਜਾਣਾ ਸੀ, ਇਸ ਕਰਕੇ ਮੇਰੇ ਕੋਲ ਕਾਫੀ ਟਾਈਮ ਸੀ। ਮੈਂ ਕਿਹਾ ਮੈਂ ਤੇ ਉੱਥੇ ਜਾਣ ਦਾ ਮੇਰਾ ਕੋਈ ਸੈਂਸ ਨਹੀਂ ਬਣਦੀ, ਤੇ ਇਸ ਕਰਕੇ ਮੈਂ ਫਿਰ ਭਾਰਤ ਰੁਕ ਗਈ ਸੀ।
ਜੀ ਜੀ ਬਿਲਕੁਲ। ਤੇ ਫਿਰ ਇਹ ਸਾਰਾ ਕੁਝ ਸੰਭਵ ਹੋ ਸਕਿਆ। ਸੋ ਹੋਰ ਕੀ ਤੁਹਾਡੇ ਸ਼ੌਕ ਹੈਗੇ ਨੇ, ਕੀ ਹੌਬੀਜ਼ ਨੇ? ਇੰਟਰਪ੍ਰੀਟੇਸ਼ਨ ਤਾਂ ਤੁਸੀਂ ਕਰਦੇ ਹੀ ਹੋ, ਇਹ ਵੀ ਸ਼ੌਕ ਨਾਲ ਹੀ ਕਰਦੇ ਹੋ, ਹੋਰ ਕੀ ਕੁਝ ਤੁਹਾਨੂੰ ਪਸੰਦ ਹੈ? ਬਹੁਤ ਕੰਮ ਟਾਈਮ ਤਾਂ ਬਹੁਤ ਘੱਟ ਮਿਲਦਾ ਹੈ, ਘਰ ਦੇ ਕੰਮ ਵੀ ਹੁੰਦੇ ਨੇ ਕਾਫੀ ਮਗਰ ਇਸ ਤੋਂ ਇਲਾਵਾ ਹਾਂਜੀ ਮੈਨੂੰ ਪੇਂਟਿੰਗ ਦਾ ਸ਼ੌਕ ਹੈਗਾ, ਮੈਨੂੰ ਟਰੈਵਲ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈਗਾ, ਉਹ ਤੁਹਾਨੂੰ ਆਲਰੇਡੀ ਮਿਊਜ਼ਿਕ ਮਿਲ ਦਾ ਜਾਂਦਾ ਸ਼ੌਕ ਹੈਗਾ, ਉਹ ਵੈਸੇ ਮਿਲ ਜਾਂਦਾ ਹੈਗਾ ਬਟ ਫੈਮਿਲੀ ਦੇ ਨਾਲ ਨਹੀਂ ਮਿਲਦਾ ਅਸੀਂ ਫੈਮਿਲੀ ਦੇ ਨਾਲ ਕਈ ਵਾਰੀ ਜਿੰਨਾ ਟਾਈਮ ਮਿਲ ਸਕੇ। ਜੀ ਮੈਨੂੰ ਮੈਰਾਥਨ ਰਨਿੰਗ ਦਾ ਬਹੁਤ ਸ਼ੌਕ ਸੀ ਪਰ ਮੈਰਾਥਨ ਤਾਂ ਮੈਂ ਨਹੀਂ ਕਰ ਪਾਉਂਦੀ ਬਟ ਮੈਂ ਵੈਸੇ ਜਿੰਨਾ ਹੋ ਸਕੇ ਵੀ ਵਾਕ, ਮੈਂ ਮੇਰੇ ਹਸਬੈਂਡ ਬੱਚੇ ਅਸੀਂ ਜਿੰਨਾ ਹੋ ਸਕੇ ਵੀ ਟੇਕ ਵੈਰੀ ਲੌਂਗ ਵਾਕਸ। ਔਰ ਬਾਕੀ ਟਾਈਮ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤਾ ਹੋਇਆ, ਜਿੰਨਾ ਟਾਈਮ ਲੱਗ ਸਕੇ ਸੀ ਉੱਥੇ ਕੋਸ਼ਿਸ਼ ਕਰਦੇ ਹਾਂ ਦਿੱਤਾ ਜਾਏ। ਜੀ ਸੋ ਇਸ ਤਰ੍ਹਾਂ ਹੋ ਜਾਂਦਾ ਹੈ। ਜੀ ਜੀ। ਸੋ ਟਰੈਵਲ ਤੁਸੀਂ ਕਾਫੀ ਕਰਦੇ ਹੋ, ਬਹੁਤ ਦੁਨੀਆ ਦੇ ਵਿੱਚ ਗਏ ਹੋ, ਤੇ ਕਿਹੜਾ ਮੁਲਕ ਤੁਹਾਨੂੰ ਸਭ ਤੋਂ ਵੱਧ ਸੋਹਣਾ ਲੱਗਦਾ? ਅਮਰੀਕਾ। ਕਹਿੰਦੇ ਨਾ ਆਪਣਾ ਘਰ ਸਭ ਤੋਂ ਸੋਹਣਾ ਲੱਗਦਾ ਹੈਗਾ। ਬਿਲਕੁਲ ਬਿਲਕੁਲ, ਇਹ ਤਾਂ ਹੈ। ਸੋ ਗੁਰਦੀਪ ਜੀ, ਔਰ ਤੁਸੀਂ ਕੁਝ ਖਾਲਸ ਟੀਵੀ ਦੇ ਜ਼ਰੀਏ ਸਾਡੇ ਦਰਸ਼ਕਾਂ ਨੂੰ ਜਾਂ ਕੁਝ ਵੀ ਤੁਸੀਂ ਆਪਣੇ ਮਨ ਦੀ ਕੋਈ ਗੱਲ ਕਰਨਾ ਚਾਹੁੰਦੇ ਹੋ? ਬਸ ਮੈਂ ਇਹ ਕਹਾਂਗੀ ਕਿ ਮਿਹਨਤ ਕਰੋ, ਖੂਬ ਮਿਹਨਤ ਕਰੋ, ਜਿੰਨਾ ਹੋ ਸਕੇ ਪੜ੍ਹੋ, ਕੋਸ਼ਿਸ਼ ਕਰੋ ਕਿ ਤੁਸੀਂ ਦੁਨੀਆ ਜੋ ਬਣੋ ਉਹ ਮਿਸਾਲ ਬਣ ਕੇ ਬਣੋ। ਜਿਹੜਾ ਵੀ ਫੀਲਡ ਹੋਏ, ਜਿਵੇਂ ਮੈਂ ਵੱਡੀ ਹੋ ਰਹੀ ਸੀ ਤਾਂ ਮੈਨੂੰ ਲੋਕ ਇਹ ਕਹਿੰਦੇ ਸੀ ਕਿ ਤੁਸੀਂ ਇੰਗਲਿਸ਼ ਆਨਰਸ ਕਰਕੇ ਕੀ ਕਰ ਲੋਗੇ, ਟੀਚਰ ਬਣ ਜਾਓਗੇ, ਲੈਕਚਰ ਬਣ ਜਾਓਗੇ, ਪਰ ਤੁਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ। ਮਗਰ ਨਹੀਂ, ਦੁਨੀਆ 'ਚ ਮਤਲਬ ਕੋਈ ਉਹ ਨਹੀਂ ਹੈਗੀ ਹੈ ਕਿ ਕੋਈ ਲਿਮਿਟ ਹੈਗੀ ਕਿਸੇ ਕੰਮ ਦੀ। ਜੇ ਤੁਸੀਂ ਮਿਹਨਤ ਕਰੋ ਤੇ ਲਿਮਿਟ ਇਜ਼ ਬਿਯੋਂਡ ਦ ਸਕਾਈ, ਸਕਾਈ ਤੋਂ ਉੱਪਰ ਬਹੁਤ ਕੁਝ ਹੈਗਾ ਜੋ ਤੁਸੀਂ ਪਾ ਸਕਦੇ ਹੋ। ਪਰ ਆਪਣੇ ਆਪ 'ਤੇ ਜ਼ਿਆਦਾ ਮਾਣ ਨਾ ਕਰੋ ਕਿ ਮੈਂ ਕੀਤਾ ਹੈਗਾ, ਬਿਕੋਜ਼ ਜੋ ਤੁਹਾਨੂੰ ਜੋ ਮਿਲ ਰਿਹਾ ਰੱਬ ਦੀ ਬਖਸ਼ਿਸ਼ ਹੈਗੀ ਹੈ। ਜੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੁਸੀਂ ਸਮੁੰਦਰ ਦੇ ਕਿਨਾਰੇ ਚੱਲ ਰਹੇ ਹੋ ਔਰ ਤੁਸੀਂ ਦੇਖਦੇ ਹੋ ਕਿ ਪਾਣੀ ਦਾ ਇੱਕ ਤਿਨਕਾ ਉੱਪਰ ਉੱਠਦਾ ਹੈ ਔਰ ਉਹਦੇ ਤੇ ਡਾਇਰੈਕਟਲੀ ਉਸੇ ਟਾਈਮ ਮੰਨ ਲਓ ਕਿ ਸੂਰਜ ਦੀ ਰੋਸ਼ਨੀ ਪੈ ਗਈ ਤਾਂ ਚਮਕ ਉੱਠਦਾ ਹੈ, ਰਾਈਟ? ਉਸੇ ਤਰ੍ਹਾਂ ਹੈਗਾ। ਹੁਣ ਉਹ ਅਗਰ ਉਹ ਪਾਣੀ ਦਾ ਤਿਨਕਾ ਕਵੇ ਕਿ ਮੈਂ ਹੀ ਸੂਰਜ ਦੀ ਰੋਸ਼ਨੀ ਆ ਤੇ ਉਹ ਗਲਤ ਹੈਗਾ। ਉਹ ਸੂਰਜ ਨੇ ਉਸ ਟਾਈਮ ਸੋਚੇ ਕਿ ਇਹਨੂੰ ਰੋਸ਼ਨੀ ਦਿੱਤੀ ਜਾਏ ਤੇ ਉਹਦੇ ਚੋਂ ਚਮਕ ਆ ਗਈ। ਉਸੇ ਤਰ੍ਹਾਂ ਅਸੀਂ ਇਨਸਾਨ ਹੈਗੇ ਹਾਂ। ਅਸੀਂ ਆਪਣੇ ਵੱਲੋਂ ਕੁਛ ਨਹੀਂ, ਸਾਰੇ ਬੰਦੇ ਕੋਸ਼ਿਸ਼ ਕਰਦੇ ਨੇ। ਹੁਣ ਕਿੰਨੀ ਕੋਸ਼ਿਸ਼ ਕਰਦੇ ਹੋ, ਕਿੰਨਾ ਤੁਹਾਨੂੰ ਉਸ ਦਾ ਰਿਜ਼ਲਟ ਮਿਲਦਾ ਹੈਗਾ, ਇਹ ਸਭ ਵਾਹਿਗੁਰੂ ਦੇ ਹੱਥ ਵਿੱਚ ਹੈਗਾ। ਉਹ ਤੁਹਾਨੂੰ ਕਦੋਂ ਕਿੱਥੇ ਕਿਸ ਕੰਮ ਲਈ ਭੇਜੇ, ਹੋਰ ਤੁਸੀਂ ਉਹਨੂੰ ਕਿੰਨੀ ਸ਼ਰਧਾ ਦੇ ਨਾਲ, ਕਿੰਨੀ ਡਿਵੋਸ਼ਨ ਦੇ ਨਾਲ ਕੰਮ ਕਰਦੇ ਹੋ, ਉਸ 'ਤੇ ਫਰਕ ਪੈਂਦਾ। ਤੁਹਾਨੂੰ ਕਿੰਨੀ ਬਖਸ਼ਿਸ਼ ਮਿਲਦੀ ਹੈ ਉਸ 'ਤੇ ਡਿਪੈਂਡ ਕਰਦਾ। ਪਰ ਆਪਣਾ ਕੀਤਾ ਕੁਛ ਨਹੀਂ ਹੁੰਦਾ। ਜੋ ਕੁਛ ਮਿਲਦਾ ਹੈ ਉਹ ਰੱਬ ਦੀ ਬਖਸ਼ਿਸ਼ ਸਮਝ ਕੇ ਉਹਨੂੰ ਗ੍ਰਹਿਣ ਕਰੋ ਔਰ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰੋ, ਪੂਰੀ ਮਿਹਨਤ ਜਿੰਨੀ ਹੋ ਸਕੇ ਕਰੋ। ਕੋਈ ਸ਼ਾਰਟਕਟਸ ਨਹੀਂ ਹੋਣੇ ਚਾਹੀਦੇ ਲਾਈਫ ਵਿੱਚ ਕਿ ਠੀਕ ਹੈ ਮੈਂ ਇਹ ਕਰ ਲਿਆ, ਥੋੜ੍ਹਾ ਜਿਹਾ ਕਰ ਲਾਂਗਾ ਤਾਂ ਮੇਰਾ ਕੰਮ ਚੱਲ ਜਾਏਗਾ। ਫਿਰ ਮੀਡੀਓਕ੍ਰਿਟੀ ਹੋ ਜਾਂਦੀ ਹੈ। ਤੁਹਾਨੂੰ ਅਗਰ ਟੌਪ 'ਤੇ ਪਹੁੰਚਣਾ ਹੈ ਤੇ ਟੌਪ ਦਾ ਐਫਰਟ ਵੀ ਕਰਨਾ ਪਏਗਾ। ਔਰ ਜਦੋਂ ਕੁਛ ਮਿਲ ਜਾਏ ਤੇ ਫਿਰ ਨਿਮਾਣੇ ਰਹੋ, ਫਿਰ ਆਪਣੇ ਆਪ 'ਤੇ ਗਰਵ ਨਾ ਕਰੋ ਕਿ ਮੇਰਾ ਹੈਗਾ, ਮੈਨੂੰ ਬਹੁਤ ਕੁਛ ਮਿਲਿਆ। ਨਹੀਂ, ਪਰ ਰੱਬ ਦੇ ਨਾਲ, ਗੁਰਬਾਣੀ ਨਾਲ ਜੁੜੋ ਜਿੰਨਾ ਹੋ ਸਕੇ, ਤੁਹਾਨੂੰ ਬਹੁਤ ਕੁਛ ਹੋਰ ਅੱਗੇ ਮਿਲਦਾ ਹੈ। ਜੀ, ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਕਿ ਆਪਣਾ ਕੀਤਾ ਕੁਝ ਨਹੀਂ ਹੁੰਦਾ, ਸਭ ਕੁਝ ਉਹਦੀ ਦਾਤ ਹੁੰਦੀ ਹੈ। ਅਸੀਂ ਸਿਰਫ ਮਿਹਨਤ ਕਰਨੀ ਹੈ, ਟੌਪ ਤੇ ਪਹੁੰਚਣਾ ਹੈ ਤਾਂ ਟੌਪ ਦਾ ਕੰਮ ਕਰਨਾ ਪਊਗਾ। ਗੁਰਦੀਪ ਕੌਰ ਚਾਵਲਾ ਜੀ। ਹਾਂਜੀ, ਮਾਨੁਖ ਕਹਿ ਕੁਛ ਨਹੀਂ ਹਾਥ। ਜੀ ਜੀ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਿਆ ਗੁਰਦੀਪ ਜੀ ਤੁਹਾਡੇ ਨਾਲ ਗੱਲ ਕਰਕੇ ਸਾਡੇ ਪੋਡਕਾਸਟ ਦੇ ਵਿੱਚ। ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਤੇ ਤੁਹਾਡੇ ਲਈ ਸ਼ੁਭ ਇੱਛਾਵਾਂ, ਸ਼ੁਭ ਕਾਮਨਾਵਾਂ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ।